ਤੁਹਾਡੇ ਸਾਹਮਣੇ ਵੀ ਇਹਨਾਂ ਲੱਖਾਂ ਰੁਪਏ ਕਮਾਏ ਲਈ ਕਿੰਨੇ ਦੀ ਸੀ ਪੱਠ? 7000 7000 ਦੀ ਪੱਠ ਲਈ ਹੈ ਤੇ ਜਿਹੜਾ ਇਹਨਾਂ ਹਿਸਾਬ ਕਿਤਾਬ ਦੱਸਿਆ ਮੇਰੇ ਖਿਆਲ ਹੈ ਕਿ ਇਹਨਾਂ 5-6-7 ਲੱਖ ਰੁਪਈਆ ਇਹਦੇ ਚੋਂ ਕਮਾ ਲਏ ਨੇ। ਇਹ ਹੁਣ ਵੀ ਜਿਹੜੀਆਂ ਬੱਕਰੀਆਂ ਖਲੋਤੀਆਂ ਨੇ ਜੀ ਅੱਜ ਇਹ ਵੀ 70-70। ਲਓ ਜੀ ਵੀਰੋ, ਅਸੀਂ ਆ ਗਏ ਹਾਂ ਕੈਸਰ ਚੱਠਾ ਸਾਹਿਬ ਦੇ ਡੇਰੇ ਤੇ। ਅਸੀਂ ਦੱਸਦੇ ਹਾਂ ਖਾਸ ਕਰਕੇ ਜਿਹੜੇ ਇਸ ਵਕਤ ਮਿਹਨਤ ਕਰ ਰਹੇ ਨੇ ਜੀ ਫੈਸਲ ਕੰਬੋ ਚਿਸ਼ਤੀਆਂ ਗੋਟ ਫਾਰਮ ਵਾਲੇ, ਔਰ ਉਸ ਤੋਂ ਬਾਅਦ ਜੀ ਪੇਸਟ ਲਵਰ ਦੇ ਨੇ ਅਦਨਾਨ ਭਾਈ। ਤੇ ਅਸੀਂ ਦਿਨ ਰਾਤ ਤੁਹਾਨੂੰ ਇੱਕ ਹੀ ਗੱਲ ਬਾਰ-ਬਾਰ ਆਨੇ ਆ ਕਿ ਯਾਰ ਮਹਿੰਗੇ ਵੰਡਿਆਂ ਤੋਂ ਬਚ ਜਾਓ। ਤੇ ਜਿਹੜੇ ਦੂਜੇ ਤੀਜੇ ਤੁਹਾਨੂੰ ਲੋਕ ਮਸ਼ਵਰੇ ਦਿੰਦੇ ਨੇ ਉਹਨਾਂ ਮਸ਼ਵਰਿਆਂ ਤੋਂ। तमाम देखने सुनने वालों को एहसान की तरफ से अस्सलाम वालेकुम। कैसे हैं जी? मेरा यूट्यूब चैनल है एहसान गोट फार्म डिस्ट्रिक्ट बखर। जैसा कि आप मेरे चैनल के ऊपर आप अक्सर वीडियो देखते हैं जानवरों के हवाले से। आज हम आए हैं जी कैसर चट्ठा साहब है, उनके डेरे पे आए हैं। तो मैं उनको देखा यहाँ पे बकरियाँ चरा रहे हैं, लेकिन आज की जो गुफ्तगू है हम करेंगे अपनी मादरी ज़बान पंजाबी के अंदर। ਅੱਜ ਦਾ ਜਿਹੜਾ ਸਾਡਾ ਵਲਾਗ ਹੈ ਬੱਕਰੀਆਂ ਦੇ ਹਵਾਲੇ ਨਾਲ ਜੀ ਇੱਕ ਹਦੀਸ ਤੋਂ ਸ਼ੁਰੂ ਕਰਾਂਗੇ। ਹਦੀਸ ਹੈ ਜੀ ਉਰਵਾ ਬਿਨ ਬਾਰਕੀ ਰਜ਼ੀ ਅੱਲਾਹ ਤਾਲਾ ਅਨਹੂ ਤੇ ਇਬਨ ਮਾਜਾ ਦੀ ਹਦੀਸ ਹੈ। ਹਦੀਸ ਨੰਬਰ ਹੈ ਜੀ 2305। ਹਦੀਸ ਦੇ ਅਲਫਾਜ਼ ਨੇ ਜੀ, ਸੋਹਣੇ ਪਾਕ ਮਹਿਬੂਬ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਕਿ ਜਿਹੜੇ ਡਾਚੀਆਂ ਤੇ ਊਠ ਪਾਲਦੇ ਨੇ ਉਹਨਾਂ ਵਾਸਤੇ ਬਹੁਤ ਬੜੀ ਇੱਕ ਤਾਕਤ ਹੈ। ਜਿਹੜੇ ਬੱਕਰੀ ਪਾਲਦੇ ਨੇ ਜੀ ਬੱਕਰੀ ਉਹਨਾਂ ਵਾਸਤੇ ਵੈਸੇ ਬਰਕਤ ਹੈ। ਤੇ ਜਿਨ੍ਹਾਂ ਨੇ ਘੋੜੇ ਪਾਲੇ, ਘੋੜਿਆਂ ਦੀਆਂ ਪਛਾਨੀਆਂ ਦੇ ਵਿੱਚ ਉਹਨਾਂ ਦੇ ਮੱਥੇ ਤੇ ਵਿੱਚ ਜੀ ਕਿਆਮਤ ਤੱਕ ਅੱਲਾਹ ਪਾਕ ਨੇ ਉਹਨਾਂ 'ਚ ਭਲਾਈ ਤੇ ਖੈਰ ਰੱਖੀ ਹੈ। ਇਸ ਹਦੀਸ ਤੋਂ ਸਾਬਤ ਹੁੰਦਾ ਹੈ ਕਿ ਊਠ, ਘੋੜਾ ਤੇ ਬੱਕਰੀ ਇਹ ਇੱਕ ਬੜਾ ਸੋਹਣਾ ਜਾਨਵਰ ਹੈ, ਬੜਾ ਪਿਆਰਾ ਜਾਨਵਰ ਹੈ, ਔਰ ਇਹ ਪੈਗੰਬਰਾਨਾ ਸੇਵਾ ਹੈ, ਔਰ ਨਬੀਆਂ ਨੇ ਔਰ ਵਲੀਆਂ ਨੇ, ਅੱਲਾਹ ਦੇ ਬੰਦਿਆਂ ਨੇ ਇਹ ਮਾਲ ਰੱਖਿਆ। ਤੇ ਅੱਜ ਅਸੀਂ ਡੇਰੇ ਤੇ ਆਏ ਹਾਂ। ਤੁਸੀਂ ਵੇਖ ਰਹੇ ਹੋ ਜੀ ਅੱਜ 11:15 ਦਾ ਟਾਈਮ ਹੈ ਤੇ ਇਸ ਟਾਈਮ ਕੈਸਰ ਭਾਈ ਇੱਥੇ ਬੈਠੇ ਨੇ। ਕੈਸਰ ਭਾਈ ਸਾਡੇ ਹਮਸਾਏ ਵੀ ਨੇ, ਸਾਡੇ ਕਰੀਬੀ ਵੀ ਨੇ। ਤੇ ਥੋੜਾ ਅਰਸਾ ਇਹਨਾਂ ਨੂੰ ਹੋਇਆ ਇੱਥੇ ਥਲ ਦੇ ਵਿੱਚ ਆਇਆ, ਸਹਿਰਾ ਦੇ ਵਿੱਚ ਆਇਆ, ਸਾਡੇ ਪੱਖਰ ਇਲਾਕੇ ਦੇ ਵਿੱਚ। ਪਹਿਲੋਂ ਇਹ ਰਹਿਣ ਵਾਲੇ ਨੇ ਜੀ, ਉਹ ਖੁਦ ਹੀ ਦੱਸਣਗੇ ਕਿਹੜਾ ਪਿੰਡ ਸੀ, ਕਿਹੜਾ ਇਲਾਕਾ ਸੀ, ਤੇ ਫਿਰ ਬਾਕੀ ਗੱਲ ਦਾ ਉਸ ਤੋਂ ਬਾਅਦ ਆਗਾਜ਼ ਕਰਨੇ ਆ ਜੀ। ਕੈਸਰ ਭਾਈ अस्सलाम वालेकुम। ਵਾਲੇਕੁਮ ਸਲਾਮ। ਕੈਸਰ ਭਾਈ ਕੀ ਹਾਲ ਚਾਲ ਹੈ? ਠੀਕ ਹੋ? ਠੀਕ, ਅੱਲਾ ਦੀ ਰਹਿਮਤ। ਅੱਛਾ, ਥਲ ਦੇ ਵਿੱਚ ਆਉਣ ਤੋਂ ਪਹਿਲੋਂ ਤੁਹਾਡਾ ਕਿਹੜਾ ਇਲਾਕਾ ਸੀ ਤੇ ਕਿੱਥੇ ਰਹਿੰਦੇ ਹੋ ਤੇ ਪੈਦਾਇਸ਼ ਕਿਹੜੇ ਇਲਾਕੇ ਦੀ ਤੁਹਾਡੇ? ਜ਼ਿਲ੍ਹਾ ਟੋਬਾ ਸੀ, ਤਹਿਸੀਲ ਗੋਜਰਾ ਸੀ, ਚੱਕ ਨੰਬਰ 347 ਜੀਂਬੇ, ਚੱਠਿਆਂ ਦਾ ਪਿੰਡ। ਅੱਛਾ ਜੀ, ਮਾਸ਼ਾਅੱਲਾ। ਅੱਛਾ ਜੀ, ਜ਼ਿਲ੍ਹੇ ਟੋਬੇ ਦੇ ਰਹਿਣ ਵਾਲੇ ਨੇ, ਤਹਿਸੀਲ ਗੋਜਰਾ, ਤੇ ਉਸ ਤੋਂ ਬਾਅਦ ਇੱਥੇ ਆਏ ਨੇ ਕਾਫੀ ਅਰਸਾ। ਕਿੰਨੇ ਸਾਲ ਹੋ ਗਏ ਨੇ ਇੱਥੇ ਥਲ 'ਚ? ਇੱਥੇ ਤਕਰੀਬਨ ਸਾਨੂੰ 14 ਸਾਲ ਹੋ ਗਏ। ਹਾਂ, 14 ਸਾਲ ਤੋਂ ਜੀ ਇੱਥੇ ਮੁਕੀਮ ਨੇ। ਹੁਣ ਸਮਝੋ ਕਿ ਇੱਥੋਂ ਦੇ ਸਾਡੇ ਨਾਲ ਰਹਿਣ ਵਾਲੇ ਸਹਿਰਾਈ ਥਲੀ ਹੋ ਗਏ ਨੇ। ਅੱਛਾ ਕੈਸਰ ਭਾਈ, ਉੱਥੋਂ ਦੇ ਇਲਾਕੇ ਦਾ, ਪੱਕੇ ਇਲਾਕੇ ਦਾ ਤੇ ਇੱਥੋਂ ਦੇ ਥਲ ਦੇ ਵਿੱਚ ਆ ਕੇ ਤੁਸੀਂ ਕੀ ਫ਼ਰਕ ਵੇਖਿਆ? ਬਾਰਿਸ਼ਾਂ ਦੇ ਵਿੱਚ ਉੱਥੇ ਜਾਨਵਰਾਂ ਦਾ ਕੀ ਹਾਲ ਹੁੰਦਾ ਸੀ ਤੇ ਇੱਥੇ ਕੀ ਹਾਲ ਹੈ? ਤੇ ਉੱਥੇ ਪੱਠਾ ਦੱਥਾ ਜਿਹੜਾ ਸੀ, ਹਰਾ ਚਾਰਾ, ਪੱਠੇ ਜਿਹੜੇ ਨੇ ਜਾਨਵਰਾਂ ਵਾਸਤੇ, ਉਹ ਸੌਖੇ ਹਨ ਜਾਂ ਇੱਥੇ ਸੌਖੇ ਨੇ? ਥੋੜਾ ਜਿਹਾ ਤੁਸੀਂ ਇਹਦੇ ਬਾਰੇ ਦੱਸਿਓ। ਉੱਥੇ ਜੀ ਜਦੋਂ ਬਾਰਿਸ਼ ਹੋ ਜਾਂਦੀ ਹੈ ਨਾ, ਉਦੋਂ ਤੇ ਪੱਠਾ ਪਾੜਾ ਕਰਨਾ ਹੋ ਜਾਂਦਾ ਬੜਾ ਮੁਸ਼ਕਲ। ਉੱਥੇ ਹੋ ਜਾਂਦਾ ਖੋਬਾ। ਠੀਕ ਹੈ। ਬਾਰਿਸ਼ ਦੀ ਵਜ੍ਹਾ ਤੋਂ ਪਾਣੀ ਖਲੋ ਜਾਂਦਾ, ਖੋਬਾ ਹੋ ਜਾਂਦਾ, ਫਿਰ ਉਹ ਪੱਠੇ ਲੈਣ ਜਾਓ ਤੇ ਉਹ ਕੋਈ ਸੁਰ ਸਵਾਦ ਨਹੀਂ ਹੁੰਦਾ। ਤੇ ਇੱਥੇ ਬਾਰਿਸ਼ ਜਿੰਨੀ ਮਰਜ਼ੀ ਪਵੇ, ਇੱਥੇ ਖੋਬਾ ਹੁੰਦਾ ਕੋਈ ਨਹੀਂ। ਇਧਰੋਂ ਬਾਰਿਸ਼ ਖਲੋਤੀ, ਜਗ੍ਹਾ ਸੁੱਕ ਗਈ, ਜਾ ਕੇ ਪੱਠੇ ਵੱਡੇ ਲਿਆ ਕੇ ਛੱਡ ਦਿੱਤੇ। ਉੱਥੇ ਪੱਠੇ ਵੱਢਣ ਦਾ ਸਭ ਤੋਂ ਵੱਡਾ ਮਸਲਾ। ਤੇ ਦੂਜੀ ਰਹਿ ਗਈ ਡੰਗਰਾਂ ਦੀ ਗੱਲ। ਡੰਗਰ ਜਿਹੜੇ ਨੇ ਉਹ ਉੱਥੇ ਵੀ ਉਹ ਚਾਰਾ ਖਾਂਦੇ ਨੇ ਤੇ ਇੱਥੇ ਵੀ ਉਹ ਚਾਰਾ ਖਾਂਦੇ ਨੇ। ਇੱਥੇ ਜਿਹੜਾ ਖੁੱਲ੍ਹਾ ਇਲਾਕਾ ਆ, ਜਿਹੜਾ ਮਾਲ ਬੱਕਰੀ ਵਾਲਾ, ਇਹ ਇੱਥੇ ਖੁੱਲ੍ਹੇ ਫਿਰਦੇ ਰਹਿੰਦੇ ਨੇ ਗਰਮੀਆਂ ਦੇ ਪੂਰਾ ਮਹੀਨਾ, ਜਿਹੜੇ 6 ਮਹੀਨੇ ਹੁੰਦੇ ਨੇ। ਸਿਆਲ ਵਿੱਚ ਜਾ ਕੇ ਇਹਨਾਂ ਨੂੰ ਵੱਝ ਕੇ ਚਾਰਾ ਖਾਣਾ ਪੈਂਦਾ। ਉਹਦੇ ਵਿੱਚ ਇਹਨਾਂ ਨੂੰ ਚਾਹੀਦਾ ਹੁੰਦਾ ਵੀ ਦੂਸਰਾ। ਅਸੀਂ ਤੇ ਕੋਈ ਨਹੀਂ ਐਡਾ ਕਰਦੇ ਬਈ, ਉਹ ਲੋਕੀ ਮਿੱਸੇ ਤੇ ਉਰਾ ਪਰਾਂ ਵੀ ਪਾਉਂਦੇ ਨੇ, ਤੇ ਉਹ ਜਿਹੜੇ ਮਾਲ ਲਈ ਪੱਠੇ ਕੁਤਰੀਦੇ ਨੇ ਉਹ ਹੀ ਇਹਨਾਂ ਲਈ ਕਮਾਦ ਤੇ ਪੱਠੇ ਤੇ ਲੂਸਣ ਕੁਤਰ ਕੇ ਤੇ ਇਹਨਾਂ ਨੂੰ ਵੀ ਪਾ ਛੜੀਦਾ। ਸਰਦੀਆਂ 'ਚ ਵੀ ਇਹ ਖੁਸ਼ਹਾਲ ਰਹਿੰਦੀਆਂ। ਅੱਛਾ ਕੈਸਰ ਭਾਈ, ਮੈਂ ਅੱਜ ਨਾ ਜਿਹੜਾ ਵਲਾਗ ਕਰਨ ਲੱਗਾ ਮਾਲ ਤੇ ਜਾਨਵਰਾਂ ਦੇ ਹਵਾਲੇ ਨਾਲ, ਇੱਕ ਨਾ ਬੜੀ YouTube ਦੇ ਉੱਤੇ ਇੱਕ ਗੱਲ ਪਈ ਚੱਲਦੀ ਹੈ ਤੇ ਮੈਂ ਵੀਡੀਓ ਵੇਖੀ। ਤੇ ਵੀਡੀਓ ਦੇ ਵਿੱਚ ਉਹ ਪਏ ਆਂਦੇ ਨੇ ਜੀ ਜਿਹੜੇ ਹਰੇ ਪੱਠੇ ਨੇ ਨਾ, ਇਹ ਜਾਨਵਰਾਂ ਵਾਸਤੇ ਸਮਝੋ ਕਿ ਜ਼ਹਿਰ ਨੇ। ਜੇ ਜਾਨਵਰਾਂ ਦੇ ਜਿਹੜੇ ਬੱਕਰੀਆਂ ਦੇ ਬੱਚੇ ਨੇ ਉਹਨਾਂ ਵਾਸਤੇ ਤੇ ਜ਼ਹਿਰ ਨੇ। ਅੱਛਾ, ਮੈਂ ਆਪਣੀ ਗੱਲ ਕਰਾਂ ਤੇ ਦਾਦਿਓਂ ਪੜਦਾਦਿਓਂ ਇਹੀ ਕੰਮ ਕਰਦੇ ਆ ਰਹੇ ਹਾਂ ਤੇ ਅਸੀਂ ਹਰੇ ਪੱਠੇ ਪਾਉਂਦੇ ਆ ਰਹੇ ਹਾਂ। ਤੇ ਕਿਆ ਤੁਹਾਡੀ ਸਰਚ ਵੀ ਤੁਹਾਡਾ ਇਹ ਕਹਿਣਾ ਕਿ ਸਾਡਾ ਵੀ ਜੱਦੀ ਪੁਸ਼ਤੀ ਮਾਲ ਡੰਗਰ ਰੱਖਣਾ, ਵਾਈ ਪਾਣਾ, ਇਹੀ ਸਾਡਾ ਕੰਮ ਹੈ ਜੱਟ ਜ਼ਿਮੀਂਦਾਰਾਂ? ਤੇ ਕਿਆ ਵਾਕਈ ਹਰਾ ਪੱਠਾ ਨੁਕਸਾਨ ਦੇਵੇ ਜਾਨਵਰਾਂ ਨੂੰ? ਵੇਖੋ ਜੀ, ਇਹ ਗੱਲ ਹੈ ਬਈ, ਇਹ ਬੱਕਰੀਆਂ ਹੁਣ 1 ਮਹੀਨੇ ਤੇ ਹੀ ਸੂ ਪੈਣੀਆਂ ਨੇ, 1.5 ਮਹੀਨੇ ਤੇ ਹੀ ਲੂਸਣ ਤਿਆਰ ਹੋ ਜਾਣਾ। ਉਹਨਾਂ ਦੇ ਜਿਹੜੇ ਬੱਚੇ ਨੇ
ਉਹਨਾਂ ਖੁੱਲਿਆ ਹੋਣਾ, ਉਹਨਾਂ ਉਹ ਸਾਰੀ ਦਿਹਾੜੀ ਲੂਸਣੇ 'ਚ ਹੀ ਫਿਰਦਿਆਂ ਰਹਿਣਾ। ਸਹੀ ਸਹੀ। ਤੇ ਉਹਨਾਂ ਉਹ ਹੀ ਖਾਣਾ, ਜੇ ਜ਼ਹਿਰ ਹੋਵੇ ਤੇ ਉਹਨਾਂ ਲੜ ਜਾਏ। ਹਾਂਜੀ। ਉਹ ਹੀ ਉਹ ਵਿੱਚ ਫਿਰਦੇ ਰਹਿੰਦੇ ਨੇ ਤੇ ਖਾਂਦੇ ਰਹਿੰਦੇ ਨੇ, ਆਪਣੀਆਂ ਮਾਵਾਂ ਦਾ ਦੁੱਧ ਪੀਂਦੇ ਰਹਿੰਦੇ ਨੇ। ਤੇ ਜਿਹੜੀਆਂ ਬੱਕਰੀਆਂ ਨੇ ਇਹਨਾਂ ਨੂੰ ਦੂਸਰਾ ਕੁਤਰ ਕੇ ਕਮਾਦ ਤੇ ਪੱਠੇ ਮੱਝਾਂ ਨੂੰ ਪਾਈਦਾ, ਉਹ ਹੀ ਇਹਨਾਂ ਨੂੰ ਪਾ ਦੇਈਦਾ, ਇਹ ਖਾ ਕੇ ਤਰਾਜ ਲੈਂਦੀਆਂ। ਅੱਛਾ ਤੇ ਵੀਰੋ ਦੋਸਤੋ ਗੱਲ ਇਹ ਵੇ ਜਿਹੜਾ ਨਾ ਜੀ ਮਾਲ, ਤੁਹਾਨੂੰ ਮੈਂ ਮਸ਼ਵਰਾ ਇਹ ਦਿਆਂਗਾ, ਜਿਨ੍ਹਾਂ ਦੀਆਂ ਤੁਸੀਂ ਗੱਲਾਂ ਸੁਣਦੇ ਹੋ ਨਾ ਸੋਸ਼ਲ ਮੀਡੀਆ ਦੇ ਉੱਤੇ ਤੇ YouTube ਦੇ ਉੱਤੇ ਵੇਖ ਕੇ, ਤੇ ਫਿਰ ਉਹਨਾਂ ਦੀਆਂ ਸੁਣੀਆਂ ਸੁਣਾਈਆਂ ਤਾਂ ਉਹ ਬੰਦੇ ਨੂੰ ਆਂਦੇ ਲਾਈ ਲੱਗ। ਜਿਹੜਾ ਲਾਈ ਲੱਗ ਬੰਦਾ ਹੈ ਨਾ ਜੀ, ਉਹ ਘਰ 'ਚ ਕਦੀ ਕਾਮਯਾਬ ਨਹੀਂ ਹੋਇਆ, ਉਹਦੇ ਘਰ ਆਪਣਾ ਬਰਬਾਦ ਕਰ ਬੈਂਦਾ ਲੋਕਾਂ ਦੀਆਂ ਸੁਣ ਸੁਣ ਕੇ, ਨਾ ਉਹ ਭਰਾਵਾਂ ਜੋਗਾ ਰਹਿੰਦਾ ਤੇ ਨਾ ਘਰ ਜੋਗਾ ਨਾ ਬਾਹਰ ਜੋਗਾ। ਤੇ ਜਦੋਂ ਸੁਣੀਆਂ ਸੁਣਾਈਆਂ ਤੇ ਮਾਲ ਲੈ ਕੇ ਤੁਸੀਂ ਪਾਲਦੇ ਹੋ ਨਾ, ਤੇ ਫਿਰ ਉਹਦਾ ਹੀ ਤੁਹਾਨੂੰ ਘਾਟਾ ਹੀ ਘਾਟਾ ਹੈ। ਤੇ ਇਸ ਵਾਸਤੇ ਤੁਸੀਂ ਮਾਲ ਰੱਖਣਾ ਨਾ ਤੇ ਉਹਦਾ ਕਮ ਅਜ਼ ਕਮ ਮਸ਼ਵਰਾ ਲਿਆ ਕਰੋ ਕਿਸੇ ਦੇ ਕੋਲ ਬੈਠਾ। ਮੈਂ ਅਕਸਰ ਇੱਕ ਦੋ ਵੀਡੀਓ ਦੇ ਵਿੱਚ ਨਾ ਪਹਿਲਾਂ ਇਹ ਗੱਲ ਦੱਸੀ ਹੈ ਕਿ ਜੇ ਤੁਸੀਂ ਬੱਕਰੀਆਂ ਰੱਖਣੀਆਂ ਨਾ ਤੇ 3 ਬੰਦਿਆਂ ਦੇ ਨਾਲ ਆਪਣਾ ਤਲਕ ਬਣਾ ਲਓ। ਇੱਕ ਤਲਕ ਤੇ ਤੁਹਾਡਾ ਹੋਣਾ ਚਾਹੀਦਾ ਜਿਹੜਾ ਬੱਕਰੀਆਂ ਚਾਰਨ ਵਾਲਾ, ਯਾਨੀ ਜਿਹਨੂੰ ਆਂਦੇ ਨੇ ਛੇੜੂ ਚਰਵਾਹਾ, ਜਿਹਨੇ ਬੱਕਰੀਆਂ ਰੱਖੀਆਂ ਨੇ। ਇੱਕ ਉਸ ਬੰਦੇ ਦੇ ਨਾਲ ਤੁਹਾਡਾ ਗਹਿਰਾ ਤਲਕ ਹੋਣਾ ਚਾਹੀਦਾ, ਦੋਸਤੀ ਹੋਣੀ ਚਾਹੀਦੀ, ਕਿਉਂਕਿ ਉਹ ਸਾਲਾਂ ਸਾਲ ਕਈ ਸਾਲ ਤੋਂ ਇਹ ਮਾਲ ਚਾਰਦਾ ਆ ਰਿਹਾ, ਉਹਨੂੰ ਹਰ ਚੀਜ਼ ਦਾ ਪਤਾ ਹੈ। ਦੂਜੀ ਗੱਲ ਜੀ, ਜਿਹੜਾ ਤੁਹਾਡਾ ਇਲਾਕੇ ਦਾ ਵੈਟਰਨਰੀ ਦਾ ਇੱਕ ਡਾਕਟਰ ਹੈ, ਤੁਹਾਡੀ ਉਹਦੇ ਨਾਲ ਚੰਗੀ ਸਲਾਮਤ ਹੋਣੀ ਚਾਹੀਦੀ ਹੈ। ਤੀਜੇ ਨੰਬਰ ਤੇ ਤੁਹਾਡੇ ਕੋਲ ਜੀ ਇੱਕ ਇਲਾਕੇ ਦਾ ਵਡੇਰਾ ਸਿਆਣਾ ਬੰਦਾ, ਜਿਹਨੇ ਹੱਡੀਆਂ ਦਾ ਕਰ ਲੈਂਦੇ ਨੇ, ਕੋਈ ਜੋੜ ਲੈ ਗਿਆ, ਕੋਈ ਹੱਡੀ ਟੁੱਟ ਗਈ ਉਹਨੂੰ ਬੰਨ੍ਹ ਲੈਂਦੇ ਨੇ। ਇਹਨਾਂ 3 ਬੰਦਿਆਂ ਦੇ ਨਾਲ ਤੁਸੀਂ ਅਗਰ ਆਪਣਾ ਰਾਬਤਾ ਰੱਖ ਲਿਆ, ਤੇ ਹਰ ਇਲਾਕੇ 'ਚ ਹੁੰਦੇ ਨੇ ਸਿਆਣੇ ਬੰਦੇ, ਹਰ ਇਲਾਕੇ 'ਚ ਮੌਜੂਦ ਨੇ। ਤੁਸੀਂ ਉਹਨਾਂ ਦੇ ਨਾਲ ਅਗਰ ਇਹ ਤਲਕ ਵਾਸਤਾ ਰੱਖ ਲਿਆ ਨਾ ਤੇ ਤੁਸੀਂ ਕਾਮਯਾਬ ਹੋ। ਬੱਕਰੀ ਪਾਲੋ, ਭਾਵੇਂ ਊਠ ਪਾਲੋ, ਭਾਵੇਂ ਗਾਂ ਪਾਲੋ, ਭਾਵੇਂ ਮੱਝ ਲੈ ਲਓ ਤੇ ਭਾਵੇਂ ਘੋੜੇ ਲੈ ਲਓ। ਜਦੋਂ ਤੁਸੀਂ ਖੁਦ ਇਸ ਚੀਜ਼ ਨੂੰ ਸਮਝਣ ਲੱਗ ਪਏ, ਕਿਸੇ ਦੀ ਕੀਤੀ ਕਰਾਈ ਤਾਂ ਨਹੀਂ, ਆਪਣੀ ਆਪ ਨੂੰ ਤੁਸੀਂ ਉਹਨਾਂ ਲੋਕਾਂ ਦੇ ਕੋਲੋਂ ਮਸ਼ਵਰੇ ਲੈ ਕੇ ਤੇ ਆਪਣੇ ਆਪ ਨੂੰ ਤਿਆਰ ਕਰੋ। ਔਰ ਅੱਜ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਏਗੀ। ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਭਾਈ ਕੈਸਰ ਦੀਆਂ ਮੱਝਾਂ ਵੀ ਵਿਖਾਣੀਆਂ ਨੇ, ਭਾਈ ਕੈਸਰ ਦੀਆਂ ਬੱਕਰੀਆਂ ਵੀ ਵਿਖਾਣੀਆਂ ਨੇ, ਤੇ ਭਾਈ ਕੈਸਰ ਦਾ ਇੱਕ ਬੜਾ ਆਲਾ ਸ਼ੌਕ ਹੈ ਜੀ, ਉਹਨਾਂ ਇੱਕ ਘੋੜੀ ਲਿਆਂਦੀ ਹੈ ਤੇ ਘੋੜੀ ਉਹਨਾਂ ਦੀ ਸੂਈ ਹੈ ਜੀ, ਉਹਨੇ ਦਿੱਤੀ ਹੈ ਵਛੇਰੀ, ਤੇ ਮਾਸ਼ਾਅੱਲਾ ਬੜੀ ਪਿਆਰੀ ਵਛੇਰੀ ਹੈ। ਤੁਹਾਨੂੰ ਮੈਂ ਜਿਹੜੀ ਹਦੀਸ ਸੁਣਾਈ ਹੈ ਨਾ ਸ਼ੁਰੂ ਦੇ ਵਿੱਚ, ਘੋੜੀ ਵਾਲੀ ਤੇ ਉਸ ਤੋਂ ਬਾਅਦ ਬੱਕਰੀਆਂ ਵਾਲੀ, ਤੇ ਇਹਦਾ ਮਤਲਬ ਹੈ ਕਿ ਤੁਹਾਨੂੰ ਅਸੀਂ ਵੀਡੀਓ 'ਚ ਅੱਜ ਬਹੁਤ ਕੁਝ ਵਿਖਾਉਣਾ ਚਾਹੁੰਦੇ ਹਾਂ। ਤੇ ਬਣੇ ਰਹੋ ਵੀਡੀਓ ਤੇ ਐਂਡ ਤੱਕ। ਤੇ ਜੇ ਚੈਨਲ ਦੇ ਉੱਤੇ ਅੱਜ ਤੁਸੀਂ ਨਵੇਂ ਹੋ, ਪਹਿਲੀ ਵਾਰੀ ਵੇਖ ਲਿਓ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਕੀਮਤੀ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ। ਤੇ ਹੁਣ ਤੁਹਾਨੂੰ ਵਿਖਾਉਂਦੇ ਹਾਂ ਜੀ ਬੱਕਰੀਆਂ, ਤੇ ਬੱਕਰੀਆਂ ਦੇ ਵਿੱਚੋਂ ਥੋੜੇ ਅਰਸੇ ਦੇ ਵਿੱਚ ਕੈਸਰ ਭਾਈ ਨੇ ਕੀ ਕੁਝ ਕਮਾਇਆ। ਆਓ ਜੀ ਤੁਹਾਨੂੰ ਬੱਕਰੀਆਂ ਦਾ ਵਿਜ਼ਿਟ ਕਰਵਾਈਏ। ਲਓ ਜੀ ਵੀਰੋ, ਆਇਆ ਨੇ ਚੱਠਾ ਸਾਹਿਬ ਦੀਆਂ, ਕੈਸਰ ਚੱਠਾ ਸਾਹਿਬ ਦੀਆਂ ਬੱਕਰੀਆਂ ਨੇ ਜੀ। ਤੇ ਹੁਣ ਤੁਹਾਨੂੰ ਥੋੜਾ ਜਿਹਾ ਇਹਦੇ ਚੋਂ ਅਸੀਂ ਦੱਸਦੇ ਹਾਂ ਕਿ ਹਰਾ ਪੱਠਾ ਹੀ ਖਾਂਦੀਆਂ ਨੇ, ਔਰ ਹਰਾ ਪੱਠਾ ਖਵਾ ਕੇ ਅੱਜ ਤੱਕ ਇਹਨਾਂ ਦੇ ਵਿੱਚੋਂ ਕੀ ਕਮਾਇਆ, ਤੇ ਥੋੜੀਆਂ ਜਿਹੀਆਂ ਬੱਕਰੀਆਂ ਦੇ ਵਿੱਚੋਂ ਇਹ ਕਿੱਥੋਂ ਤੱਕ ਪਹੁੰਚੇ ਨੇ, ਕੀ ਇਹਨਾਂ ਮੁਨਾਫਾ ਲਿਆ ਹੈ, ਤੇ ਇਹ ਦੱਸਣਗੇ। ਸਭ ਤੋਂ ਪਹਿਲਾਂ ਕੈਸਰ ਭਈਆ ਚੀਨੀ ਬੱਕਰੀ ਦੇ ਬਾਰੇ ਥੋੜੀ ਜਿਹੀ ਹਿਸਟਰੀ ਦੱਸੋ। ਇਹ ਭਾਜੀ 7000 ਦੀ ਲੇਲੀ ਲਈ ਸੀ। ਅੱਛਾ। 7 ਸੂਏ ਸੂਈ ਹੈ। ਉਹ ਮਾਸ਼ਾਅੱਲਾ ਮਾਸ਼ਾਅੱਲਾ। ਤੇ ਹੁਣ ਇਹਦੀਆਂ ਦੂਸਰਾ ਬਾਕੀ ਜਾ ਇਹਦੇ ਵੇਚ ਦਿੱਤੇ ਸਨ, ਤੇ ਇਹ 2 ਜਿਹੜੀਆਂ ਬੱਕਰੀਆਂ ਨੇ, ਇੱਕ ਆ ਤੇ ਇੱਕ ਉਹ ਪਰਾ ਖਲੀ। ਅੱਛਾ। ਇਹਦੀਆਂ ਪੱਠਾਂ ਨੇ, ਇਹ ਵੀ ਅੱਗੋਂ ਮਹੀਨੇ ਤੱਕ ਇਹਨੇ ਫਿਰ ਸੂ ਪੈਣਾ, ਤੇ ਇਹ ਦੋਵੇਂ ਪੱਠਾਂ ਵੀ ਮਹੀਨੇ ਤੱਕ ਸੂ ਪੈਣ ਦੀਆਂ। ਅੱਗੇ ਇਹਨਾਂ ਦੇ ਪਿੱਛੇ ਇੱਕ ਲੇਲੀ। ਸਹੀ। ਇਹ ਪੱਠ ਆ ਜਿਹੜੀ ਸਾਹਮਣੇ ਚੀਟੀ ਖਲੀ ਹੈ, ਇਹ ਵਾਲੇ। ਹਾਂਜੀ। ਤੇ ਇੱਕ ਉਹ ਚੀਨੀ ਖਲੀ ਹੈ। ਠੀਕ ਹੈ। ਇਹ 4-5 ਨਾਗ ਫਿਰ ਖਲੇ ਨੇ, ਤੇ 7 ਜਿਹੜੇ ਨੇ ਬੱਕਰੇ ਵੇਚ ਵੀ ਦਿੱਤੇ ਨੇ। ਅੱਛਾ, 7 ਬੱਕਰੇ ਵੇਚ ਦਿੱਤੇ ਨੇ, ਤੇ ਕਿੰਨੇ ਨਾਗ ਖਲੋਤੇ ਨੇ ਹੁਣ? 5 ਨਾਗ ਫਿਰ ਖਲੇ। ਅੱਛਾ, 5 ਨਾਗ ਖਲੋਤੇ ਨੇ, ਜਾਂ ਇੱਕ ਬੱਕਰੀ ਦੀ ਪਈ ਆਮਦਨ ਦੱਸਨੇ ਆ? ਇੱਕ ਬੱਕਰੀ ਜਿਹੜੀ ਹੈ ਉਹਦੀਆਂ 4 ਅੱਗੋਂ ਖਲੀਆਂ ਨੇ। ਅੱਛਾ, 1 ਮਿੰਟ ਜੀ, ਉਹਨਾਂ ਦੀ ਕਾਲ ਆ ਗਈ ਹੈ। ਅੱਛਾ, ਇਹਨੂੰ ਜ਼ਰਾ ਮੋਬਾਈਲ ਨੂੰ ਛੱਡ ਦਿਓ ਤੇ ਜ਼ਰਾ ਗੱਲ ਦੱਸਿਓ। ਅੱਛਾ ਜੀ, ਅਗਲੇ ਦਿਨ ਇੱਕ ਬੰਦਾ ਮੈਸੇਜ ਬਾਰ-ਬਾਰ ਕਰਦਾ ਸੀ, ਜਿਹਨੇ ਬੱਕਰੀ ਨੇ ਕੋਈ 6 7 8 ਸੂਬੇ ਦਿੱਤੇ, ਹੁਣ ਉਹ ਜ਼ਰਾ ਬੱਕਰੀ ਕੋਈ ਹੈ ਕਿਸੇ ਕੋਲ ਤੇ ਵਿਖਾਓ। ਤੇ ਲਓ ਜੀ, ਬੱਕਰੀ ਤੁਹਾਨੂੰ ਮੈਂ ਵਿਖਾ ਦਿੱਤੀ ਹੈ, ਤੇ ਇਹ ਉਹਦੀਆਂ 5 ਅੱਗੋਂ ਬੱਕਰੀਆਂ ਖਲੋਤੀਆਂ ਨੇ, ਤੁਹਾਨੂੰ ਬੱਕਰੇ ਵੀ ਵੇਚਦੇ ਨੇ। ਕੈਸਰ ਪਈ ਤਕਰੀਬਨ ਕਿੰਨੇ ਦੇ ਤੁਸੀਂ ਬੱਕਰੇ ਮਾਲ ਵੇਚਿਆ ਹੋਣਾ? ਤਕਰੀਬਨ ਇਹ ਹਰ ਸੂਬੇ ਦਾ ਆਪੋ ਆਪਣਾ ਰੇਟ ਹੁੰਦਾ ਹੈ। ਸਾਨੂਲਾ ਭਾਈ ਕੋਈ ਵਿਕ ਗਿਆ 18000 ਦਾ, ਕੋਈ 20000 ਦਾ, ਕੋਈ 25000 ਦਾ। ਇਸੇ ਬੱਕਰੀ ਦਾ ਬੱਕਰਾ ਮੈਂ 65000 ਦਾ ਵੀ ਵੇਚਿਆ। ਅੱਛਾ, ਕੁਰਬਾਨੀ ਤੇ। ਮਾਸ਼ਾਅੱਲਾ। ਹਾਂਜੀ। ਤੇ ਤੁਹਾਡੇ ਅੰਦਾਜ਼ੇ ਦੇ ਵਿੱਚ ਕਿੰਨਾ ਅਰਸਾ ਹੋ ਗਿਆ ਬੱਕਰੀ ਨੂੰ ਤੁਹਾਡੇ ਕੋਲ? ਸਾਡੇ ਕੋਲ ਬੱਕਰੀ ਨੂੰ ਤਕਰੀਬਨ 7 ਤੋਂ 8 ਸਾਲ ਹੋ ਗਏ। 7 ਤੋਂ 8 ਸਾਲ ਹੋ ਗਏ ਨੇ ਬੱਕਰੀ ਨੂੰ। ਤੇ ਬੱਕਰੀ ਅਜੇ ਤੁਸੀਂ ਵੇਖੋ ਮਾਸ਼ਾਅੱਲਾ, ਬਿਲਕੁਲ ਇੰਜ ਜਿਵੇਂ ਅਜੇ ਜਵਾਨ ਬੱਕਰੀ ਹੈ। ਤੇ ਭਰਾਵੋ, ਗੱਲ ਹੁੰਦੀ ਹੈ ਖਿਦਮਤ ਦੀ। ਮਾਲ ਜਿਹੜੇ ਨੇ ਖਿਦਮਤ ਦਾ ਜੇ, ਤੇ ਜਿਹੜੇ ਬੰਦੇ ਦੀ ਖਿਦਮਤ ਨਹੀਂ ਨਾ ਹੁੰਦੀ, ਉਹ ਵੀ ਮਸਾਂ 15-20 ਸਾਲ ਹੀ ਕੱਢਦਾ, ਉਹ ਵੀ ਛੇਤੀ ਪੁੱਗ ਜਾਂਦਾ। ਤੇ ਇਹ ਤਾਂ ਫੇਰ ਮਾਲ ਹੈ, ਤੇ ਇਹਦੀ ਖਿਦਮਤ ਕੀਤੀ ਹੈ, ਤੇ ਅੱਜ ਤੁਹਾਡੇ ਸਾਹਮਣੇ ਵੀ ਇਹਨਾਂ ਲੱਖਾਂ ਰੁਪਏ ਕਮਾਏ। ਲਈ ਕਿੰਨੇ ਦੀ ਸੀ ਪੱਠ? 7000 7000 ਦੀ ਪੱਠ ਲਈ ਹੈ।
ਤੇ ਜਿਹੜਾ ਇਹਨਾਂ ਹਿਸਾਬ ਕਿਤਾਬ ਦੱਸਿਆ ਮੇਰੇ ਖਿਆਲ ਹੈ ਕਿ ਇਹਨਾਂ 5 6 7 ਲੱਖ ਰੁਪਈਆ ਇਹਦੇ ਚੋਂ ਕਮਾ ਲਏ ਨੇ। ਇਹ ਹੁਣ ਵੀ ਜਿਹੜੀਆਂ ਬੱਕਰੀਆਂ ਖਲੋਤੀਆਂ ਨੇ ਜੀ ਅੱਜ, ਇਹ ਵੀ 70 80 ਹਜ਼ਾਰ ਤੋਂ ਘੱਟ ਨਹੀਂ। ਇਹ ਬੜੀਆਂ ਪਿਓਰ ਪੱਠਾਂ ਨੇ ਤੇ ਅੱਗੋਂ ਉਹ ਵੀ ਸੂਣ ਵਾਲੀਆਂ ਨੇ, ਗੱਭਣ ਨੇ। ਇੱਕ ਬੱਕਰੀ ਦਾ ਤੁਹਾਨੂੰ ਬਾਇਓਡੇਟਾ ਪੇ ਦੱਸਨੇ ਆ। ਤੇ ਬਾਕੀ ਕੈਸਰ ਭਾਈ ਮੰਡੀ ਦੇ ਵਿੱਚੋਂ ਤੁਸੀਂ ਪੇ ਦੱਸਦੇ ਹੋ ਕਿ 2 ਬੱਕਰੀਆਂ ਲਿਆਂਦੀਆਂ ਸਨ, ਤੇ ਉਹਨਾਂ ਦਾ ਥੋੜਾ ਜਿਹਾ ਦੱਸਿਓ ਜੀ। 6 ਮਹੀਨਿਆਂ ਦੇ ਵਿੱਚ ਉਹਨਾਂ ਤੁਹਾਨੂੰ ਕੀ ਦਿੱਤਾ? 6 ਮਹੀਨਿਆਂ ਦੇ ਵਿੱਚ ਉਹ 70,000 ਦੀਆਂ ਵੇਚ ਦਿੱਤੀਆਂ ਨੇ, 3 41,000 ਦੀਆਂ ਲਈਆਂ ਹਨ। ਅੱਛਾ। ਇੱਕ ਉਹਨਾਂ ਚ ਮਰ ਗਈ ਸੀ। ਅੱਛਾ, ਕਿਹੜੀ ਬੱਕਰੀ ਲਿਆਂਦੀ ਮੰਡੀ ਤੋਂ? ਆ ਚਿੱਟੀ ਬੱਕਰੀ ਦੇ ਪਿੱਛੇ ਜਿਹੜੀ ਖੜੀ ਹੈ। ਅੱਛਾ, ਇਹ ਇੱਕ ਮਿੰਟ ਜੀ ਤੁਹਾਨੂੰ ਵਿਖਾਉਂਦੇ ਆ। ਇਹ ਵੱਡੀ ਬੱਕਰੀ ਦੇ ਨਾਲ ਇਹ ਛੋਟੀ, ਇਹ ਵਾਲੀ ਇਹ। ਅੱਛਾ, ਇੱਕ ਇਹ ਸੀ, ਦੂਜੀ ਕਿਹੜੀ ਦੇ ਨਾਲ? ਦੂਜੀਆਂ ਵੇਚ ਦਿੱਤੀਆਂ ਨਾ ਇਹਦੇ। ਅੱਛਾ, ਉਹ ਵੇਚ ਦਿੱਤੀਆਂ ਨੇ ਜੀ। ਇਹ ਵਪਾਰੀ ਅਗਲੇ ਮੰਗਲ ਦੇ ਖੜੇ ਦਾ 70,000 ਦੀਆਂ ਵੇਚ ਦਿੱਤੀਆਂ ਨੇ, ਤੇ ਇੱਕ 3 ਚ ਮਰ ਗਈ ਸੀ, 41,000 ਦੀਆਂ ਲਈਆਂ ਸਨ। ਲਓ ਜੀ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ 6 ਮਹੀਨਿਆਂ ਦੇ ਵਿੱਚ। ਤੇ ਖਰਚਾ ਕਿੰਨਾ ਜੀ? ਖਰਚਾ ਜ਼ੀਰੋ ਹੈ। ਖਰਚਾ ਇਹਨਾਂ ਦਾ ਹੈ ਕੋਈ ਨਾ। ਮੈਂ ਤੁਹਾਨੂੰ ਪਹਿਲੋਂ ਇਹ ਗੱਲ ਆਨਾ ਹੁੰਨਾ, ਮੇਰੀਆਂ ਵੀਡੀਓ ਦੇ ਵਿੱਚ ਤੁਸੀਂ ਇਹ ਗੱਲਾਂ ਸੁਣਦੇ ਹੋ ਕਿ ਅਗਰ ਬੱਕਰੀ 'ਚੋਂ ਤੁਸੀਂ ਆਮਦਨ ਲੈਣੀ ਹੈ ਤੇ ਆਪਣਾ ਖਰਚਾ ਜ਼ੀਰੋ ਕਰੋ। ਇਹ ਜਿਹੜੇ TMR ਪਾਉਂਦੇ ਹੋ, ਵੰਡੇ ਲੈ ਕੇ ਮੁੱਲ, ਕੋਈ ਤੁਹਾਨੂੰ ਲਾ ਦਿੰਦਾ ਜੀ ਬੱਕਰੀ ਦਾ 15 ਰੁਪਏ ਖਰਚਾ ਹੈ ਦਿਹਾੜੀ ਦਾ, ਤੇ ਇਹ ਚੀਜ਼ ਲੈ ਲਓ ਸਾਡੇ ਕੋਲੋਂ। ਅਸਲ 'ਚ ਉਹਨਾਂ ਨੇ ਆਪਣੀਆਂ ਬੂਟੀਆਂ ਵੇਚਣੀਆਂ ਹੁੰਦੀਆਂ ਨੇ, ਤੇ ਬੂਟੀਆਂ ਲੈਂਦਿਆਂ ਕਰਦੇ ਤੁਸੀਂ ਘਾਟੇ ਦੇ ਵਿੱਚ ਟੁਰ ਜਾਂਦੇ। ਇਹ ਸਿਰਫ ਤੁਹਾਨੂੰ 2-3 ਬੱਕਰੀਆਂ ਦੀ ਹਿਸਟਰੀ ਜਿਹੜੀ ਹੈ ਨਾ, ਇਹ ਤੁਹਾਨੂੰ ਦੱਸੀ ਹੈ। ਤੇ ਬੱਕਰੀ ਜਿਹੜੀ ਹੈ ਇਹ ਸੁੰਨਤ ਨਬਵੀ ਹੈ, ਨਬੀਆਂ ਦਾ ਪੇਸ਼ਾ ਹੈ। ਤੇ ਮੈਂ ਪਹਿਲੋਂ ਵੀ ਇਹ ਗੱਲ ਕਰਨਾ, ਅੱਜ ਦੁਬਾਰਾ ਰਿਪੀਟ ਕਰ ਦਿਆਂਗਾ ਭਰਾਵਾਂ ਨੂੰ ਕਿ ਸੋਹਣੇ ਮਹਿਬੂਬ ਦੀ ਜ਼ਬਾਨ, ਨਬੂਵਤ ਦੀ ਜ਼ਬਾਨ 'ਚੋਂ ਇਹ ਗੱਲ ਨਿਕਲੀ ਹੈ ਕਿ ਬੱਕਰੀ ਘਾਟਾ ਨਹੀਂ, ਬੱਕਰੀ 100% ਤੁਹਾਨੂੰ ਮੁਨਾਫਾ ਦੇਣ ਵਾਲੀ ਚੀਜ਼ ਹੈ। ਜੇ ਤੁਹਾਡੇ ਘਰ 'ਚ ਗੁਰਬਤ ਵੜ ਗਈ ਹੈ, ਮੁਹਤਾਜੀ ਵੜ ਗਈ ਹੈ, ਦਿਹਾੜੀਆਂ ਕਰਕੇ ਤੁਸੀਂ ਖੱਪ ਗਏ ਹੋ, ਤੁਹਾਡੇ ਕੋਲ ਕੱਖ ਨਹੀਂ ਰਿਹਾ, ਤੇ ਤੁਸੀਂ ਇੱਕ ਅੱਧੀ ਬੱਕਰੀ ਲੈ ਲਓ। ਤੇ ਬੱਕਰੀ ਤੁਹਾਨੂੰ ਇਨਸ਼ਾਅੱਲਾ ਇਹਦਾ ਜਿਹੜਾ ਦੁੱਧ ਹੈ ਉਹ ਤੁਹਾਡੀਆਂ ਬਿਮਾਰੀਆਂ ਦੂਰ ਹੋਣ ਦੀਆਂ, ਜ਼ਿਹਨੀ ਸਕੂਨ ਮਿਲੇਗਾ। ਉਸ ਤੋਂ ਬਾਅਦ ਬੱਕਰੀਆਂ ਨੂੰ ਲੈ ਕੇ ਸਹਿਰਾ 'ਚ ਆ ਜਾਓ, ਜਗ੍ਹਾ ਵੀ ਦਿਆਂਗੇ, ਸਾਰਾ ਕੁਝ ਦਿਆਂਗੇ। ਬੱਕਰੀਆਂ ਮਾਲ ਚਾਰਨ ਤੋਂ ਬਾਅਦ ਇਹਦੇ ਤੋਂ ਚੰਗਾ ਭਲਾ ਮੁਨਾਫਾ ਕਮਾਓ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਇੱਕ ਅੱਛਾ ਜਿਹਾ ਇੱਜੜ ਛੱਡ ਕੇ ਜਾਓ। ਤੇ ਲਓ ਜੀ, ਐਸੀ ਸਟੋਰੀ ਸਾਡੀ ਬੱਕਰੀਆਂ ਦੀ। ਹੁਣ ਇਦੋਂ ਅੱਗੇ ਤੁਹਾਨੂੰ ਵਿਖਾਉਂਦੇ ਆ ਜੀ ਕੈਸਰ ਭਾਈ ਦੀਆਂ ਮੱਝਾਂ ਤੇ ਉਹਨਾਂ ਦੀ ਸ਼ੌਕ ਦੀ ਘੋੜੀ। ਤੇ ਉਹ ਘੋੜੀ ਕਿੰਨੇ ਦੀ ਲੈ ਕੇ ਆਏ ਨੇ, ਤੇ ਉਹ ਅੱਜ ਕਿਸ ਤਰੀਕੇ ਦੀ ਹੈ, ਕਿਸ ਰੰਗ 'ਚ। ਆਓ ਚੱਲਦੇ ਆ ਜੀ ਮੱਝਾਂ ਤੇ ਘੋੜੀਆਂ। ਜੀ ਦੁਪਹਿਰ ਚੜ੍ਹ ਗਈ ਹੈ ਤੇ ਹੁਣ ਤੁਰ ਪਏ ਆ ਘਰ ਤੱਕ। ਬੱਕਰੀਆਂ ਦਾ ਤੇ ਦਿਲ ਕਰਦਾ ਸੀ ਅਜੇ ਵੀ ਚੁਗਦੀਆਂ ਰਹੀਏ ਤੇ ਖਾਈਏ। ਇਹ ਜਿਵੇਂ ਦੁਪਹਿਰ ਚੜ੍ਹਦੀ ਹੈ ਨਾ, ਟਿਕ ਕੇ ਚੁਗਦੀਆਂ ਨੇ, ਤੇ ਜਿਵੇਂ ਸ਼ਾਮ ਪੈਂਦੀ ਹੈ ਨਾ, ਸੂਰਜ ਡੁੱਬਦਾ ਜਾਏ, ਥੱਲੇ ਹੁੰਦਾ ਜਾਏ, ਤੇ ਬੱਕਰੀਆਂ ਟਿਕ ਕੇ ਚੁਗਦੀਆਂ ਨੇ ਕਿ ਬੰਨਣ ਦੇ ਟਾਈਮ ਤੱਕ ਇਹਨਾਂ ਦਾ ਇਹ ਹੁੰਦਾ ਕਿ ਅਸੀਂ ਆਪਣਾ ਪੇਟ ਜਿਹੜਾ ਉਹ ਭਰ ਲਈਏ, ਢਿੱਡ ਭਰਿਆ ਜਾਏ। ਤੇ ਜਾਨਵਰ ਦਾ ਜਿਵੇਂ ਤੁਸੀਂ ਦੋਵੇਂ ਟਾਈਮ ਪੇਟ ਭਰੋਗੇ ਤੇ ਉਹ ਜਾਨਵਰ ਤੁਹਾਨੂੰ ਮੁਨਾਫਾ ਹੀ ਮੁਨਾਫਾ ਦੇਗਾ। ਤੇ ਜੇ ਜਾਨਵਰ ਹੀ ਤੁਹਾਡਾ ਮਾੜਾ ਜਿਹਾ, ਲਿਸਾ ਜਿਹਾ, ਤੇ ਹਰ ਵੇਲੇ ਉਹ ਆਵਾਜ਼ਾਂ ਹੀ ਮਾਰਦੇ, ਉਹਨੇ ਭਰਾਵੋ ਤੁਹਾਨੂੰ ਆਖਣਾ ਤੇ ਕੁਝ ਨਹੀਂ। ਜੇ ਉਹਦੀ ਜ਼ਬਾਨ ਹੋਵੇ ਨਾ ਕਿਤੇ ਬੋਲਣ ਵਾਲੀ, ਤੇ ਤੁਹਾਨੂੰ ਉਹ ਗਾਲਾਂ ਕੱਢੇ ਏਡੀਆਂ ਤੁਸੀਂ ਸੁਣੋ ਨਾ, ਬਗੈਰ ਨਾਪਣ ਤੋਲਣ। ਤੇ ਇਸ ਵਾਸਤੇ ਆਪਣਾ ਜਿਹੜਾ ਮਾਲ ਹੁੰਦਾ ਹੈ ਇਹਦੀ ਖਿਦਮਤ ਕਰਿਆ ਕਰੋ। ਤੇ ਲਓ ਜੀ, ਹੁਣ ਅਸੀਂ ਟੁਰ ਪਏ ਹਾਂ ਤੇ ਰਾਹ ਤੇ ਚੜ੍ਹ ਗਿਆ ਮਾਲ, ਤੇ ਕੈਸਰ ਭਾਈ ਜਾ ਰਹੇ ਨੇ। ਤੇ ਹੁਣ ਘਰ ਜਾ ਕੇ ਨਾ ਜੇ ਡੇਰੇ ਤੇ ਤੁਹਾਨੂੰ ਉਹ ਵੀ ਵਿਖਾਉਂਦੇ ਆ ਮੱਝਾਂ, ਤੇ ਉਸ ਤੋਂ ਬਾਅਦ ਵਿਖਾਉਂਦੇ ਆ ਘੋੜੀ। ਤੇ ਅੱਜ ਰਿਜ਼ਲਟ ਇਹ ਕੱਢਣਾ ਵੀ ਹਰੇ ਪੱਠੇ ਤੋਂ, ਹਰੇ ਚਾਰੇ ਤੋਂ ਜਾਨਵਰਾਂ ਦੇ ਉੱਤੇ ਕੀ ਰਿਜ਼ਲਟ ਮਿਲਦਾ। ਤੇ ਪੱਠਾ ਭਾਈ ਆਪਣਾ ਘਰ ਦਾ ਹੋਣਾ ਚਾਹੀਦਾ, ਤੁਹਾਡੀ ਜ਼ਮੀਨ ਹੈ। ਤੇ ਮੈਂ ਨਾ ਬੜੀ ਕਮਾਲ ਦੀ ਗੱਲ ਹੈ, ਖੁਸ਼ ਨਸੀਬ ਹੋ। ਤੇ ਜੇ ਜ਼ਮੀਨ ਤੁਹਾਡੇ ਕੋਲ ਆਪਣੀ ਨਹੀਂ ਤੇ ਕੋਈ ਯਾਰ ਠੇਕੇ ਤੇ ਲੈ ਲਵੋ, 1-2 ਕਿੱਲਾ ਜਾਨਵਰਾਂ ਦੇ ਹਿਸਾਬ ਨਾਲ, ਆਪਣੇ ਮਾਲ ਦੇ ਹਿਸਾਬ ਨਾਲ ਤੁਸੀਂ ਠੇਕੇ ਤੇ ਲੈ ਲਓ। ਠੇਕਾ ਭਰ ਕੇ ਤੇ ਤੁਸੀਂ ਉਹ 'ਤੇ ਪੱਠੇ ਲਾਓ, ਜੈਂਤਰ ਲਾਓ, ਗੁਆਰਾ ਲਾਓ, ਜਿਹੜਾ ਮਾਲ ਦਾ ਪੱਠਾ ਹੈ ਲੂਸਣ ਲਿਆਓ, ਉੱਥੇ ਛਟਾਲਾ ਬੀਜੋ, ਤੇ ਇਹ ਸਾਰਾ ਕੁਝ। ਤੇ ਆਓ ਜੀ, ਹੁਣ ਚੱਲਦੇ ਹਾਂ ਘਰ, ਤੇ ਅਗਲੀ ਵੀਡੀਓ ਤੁਹਾਨੂੰ ਉੱਥੇ ਵਿਖਾਉਂਦੇ। ਲਓ ਜੀ ਵੀਰੋ, ਅਸੀਂ ਆ ਗਏ ਹਾਂ ਕੈਸਰ ਚੱਠਾ ਸਾਹਿਬ ਦੇ ਡੇਰੇ ਤੇ। ਤੇ ਹੁਣ ਉਹਨਾਂ ਦੇ ਅਸੀਂ ਸ਼ੌਕ ਵੇਖਦੇ ਹਾਂ, ਕਿਹੜਾ ਉਹਨਾਂ ਨੂੰ ਸ਼ੌਕ ਹੈ। ਤੇ ਬੰਦਾ ਮਾਲ ਦੇ ਸ਼ੌਕ ਵਾਲਾ ਹੋਵੇ, ਉਹਦੇ ਘਰ ਤੇ ਕੁੱਤਾ ਨਾ ਹੋਵੇ, ਤੇ ਕਿਹੜੀ ਮਾੜੀ ਗੱਲ ਹੈ। ਇਹਨਾਂ ਦੇ ਕੁੱਤੇ ਵੇਖੋ ਜੀ, ਕੁੱਤੇ ਵੀ ਬੜੇ ਸ਼ੌਕ ਵਾਲੇ, ਤੇ ਬੜਾ ਆਲਾ ਕਿਸਮ ਦਾ ਜੀ ਇਹਨਾਂ ਦਾ ਮਿਆਰੀ ਸ਼ੌਕ ਹੈ। ਅੱਲਾ ਇਹਨਾਂ ਦੇ ਸ਼ੌਕ ਦੇ ਸਲਾਮਤ ਰੱਖੇ। ਤੇ ਹੁਣ ਜੀ ਸਭ ਤੋਂ ਪਹਿਲਾਂ ਘੋੜੀ ਦੇ ਬਾਰੇ ਪੁੱਛਣੇ। ਇਹਨਾਂ ਕੋਲ ਜੀ ਦੇਸੀ ਨਸਲ ਦੀ ਘੋੜੀ ਹੈ। ਘੋੜੀ ਦਾ ਰੰਗ ਹੈ ਜੀ 5.25 ਕਲਿਆਰ। ਤੇ ਕੈਸਰ ਭਾਈ ਵੀ ਇੱਥੇ ਖਲੋਤੇ ਨੇ, ਉਹਨਾਂ ਕੋਲੋਂ ਇਨਸ਼ਾਅੱਲਾ ਅਸੀਂ ਪੁੱਛਾਂਗੇ ਕਿ ਕਿਆ ਤੁਸੀਂ ਘੋੜੀ ਦੇ ਉੱਤੇ ਸਵਾਰੀ ਵੀ ਕਰਦੇ ਹੋ, ਤੇ ਘੋੜੀ ਨੂੰ ਸਵਾਰੀ ਕਰਨ ਲੱਗਿਆਂ ਕਿਹੜੀ ਇਹਦੇ ਉੱਤੇ ਚੀਜ਼ਾਂ ਹੁੰਦੀਆਂ ਨੇ, ਜਿਵੇਂ ਇਹਦੇ ਕੰਡਿਆਲਾ ਹੋ ਗਿਆ, ਕਾਠੀ ਹੋ ਗਈ। ਸਾਨੂੰ ਤਾਂ ਪੂਰੇ ਨਾਂ ਨਹੀਂ ਆਉਂਦੇ, ਅੱਜ ਨਾਂ ਇਹਨਾਂ ਕੋਲੋਂ ਜ਼ਰਾ ਪੁੱਛਨੇ ਆ। ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ, ਇਨਸ਼ਾਅੱਲਾ ਮਜ਼ਾ ਆਏਗਾ। ਬਾਅਦ ਵਿੱਚ ਤੁਹਾਨੂੰ ਅਜੇ ਮੱਝਾਂ ਵੀ ਵਿਖਾਣੀਆਂ ਨੇ। ਅੱਛਾ ਕੈਸਰ ਭਾਈ, ਕਿੰਨਾ ਅਰਸਾ ਹੋਇਆ ਤੁਹਾਨੂੰ ਇਹ ਘੋੜੀ ਰੱਖੀ? ਘੋੜੀ ਦੀ ਕੀ ਖੁਰਾਕ ਹੈ? ਤੇ ਘੋੜੀਆਂ ਰੱਖਣੀਆਂ ਸੌਖੀਆਂ ਨੇ ਕਿ ਔਖੀਆਂ ਨੇ? ਤੇ ਉਸ ਤੋਂ ਬਾਅਦ ਤੀਸਰੇ ਨੰਬਰ ਦਾ ਸਵਾਲ ਹੋਏਗਾ ਤੁਹਾਡਾ ਕਿ ਘੋੜੀ ਤੇ ਤੁਸੀਂ ਸਵਾਰੀ ਵੀ ਕਰਦੇ ਹੋ, ਕਿੰਨੀ ਕੁ ਸਪੀਡ ਨਾਲ ਭਜਾ ਲੈਂਦੇ ਹੋ?
ਤੇ ਇਹਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜਿਹੜੀਆਂ ਘੋੜੀ ਭਜਾਉਣ ਲੱਗਿਆ ਕਾਠੀਆਂ ਛਾਠੀਆਂ ਉੱਤੇ ਪਾਈਦੇ ਨੇ? ਸਾਰੇ ਨਾਮ ਹੀ ਦੱਸਣੇ ਨੇ, ਲੇਕਿਨ ਪਹਿਲਾਂ ਘੋੜੀ ਦੀ ਤੁਸੀਂ ਨਸਲ ਤੋਂ ਗੱਲ ਜ਼ਰਾ ਸ਼ੁਰੂ ਕਰੋ, ਤੁਹਾਡੇ ਕੋਲੇ ਸੁਣਾਂਗੇ ਅਸੀਂ। ਇਹ ਭਾਜੀ ਦੇਸੀ ਨਸਲ ਦੀ ਘੋੜੀ ਜੇ, ਸਾਵੀ 5 ਕਲਿਆਣ ਇਹਦਾ ਰੰਗ ਏ। ਅੱਛਾ, ਤੇ ਦੂਸਰੇ ਨੰਬਰ ਤੇ ਖੁਰਾਕ ਦਾ ਅਸੀਂ ਵੀ ਸੁਣਦੇ ਹੁੰਦੇ ਹਾਂ, ਘੋੜੀ ਬੰਦਾ ਖਾ ਜਾਂਦੀ। ਥੋੜਾ ਜਿਹਾ ਉੱਚਾ ਬੋਲਿਓ। ਘੋੜੀ ਬੰਦਾ ਖਾ ਜਾਂਦੀ। ਅੱਛਾ ਜੀ। ਇਹ ਕੁਛ ਵੀ ਨਹੀਂ ਖਾਂਦੀ, ਇਹ ਅੱਲਾ ਦੀ ਦੇਣ ਹੈ ਜਿਹਨੂੰ ਦੇਵੇ। ਠੀਕ ਹੈ। ਇਹ ਪੱਠੇ ਸਿਰਫ ਇੱਕ ਭਰੀਏ ਲੈ ਆਈ 8 ਪੈਰੇ ਦੇ ਮੁੱਕ ਸਹੀ ਹੈ। ਸਾਰਾ ਦਿਨ ਇਹਨਾਂ ਚਬਾ ਕੇ ਖਾਣੇ ਹੁੰਦੇ ਨੇ, ਮੱਝਾਂ ਗਾਈ ਯਾਰ ਤੇ ਇੱਕੇ ਗਾਲੀ ਤੇ ਨਾ ਕਰਨੀ ਕੋਈ ਨਹੀਂ ਹੁੰਦੀ। ਠੀਕ ਹੈ। ਤੇ ਬਾਕੀ ਜਿਹੜਾ ਹਸਬੇ ਮਮੂਲ ਦਾਣਾ ਚੌਕਰ ਉਹ ਇਹਨਾਂ ਦੀ ਖੁਰਾਕ ਹੈ। ਠੀਕ ਹੈ। ਤੇ ਦੂਸਰੇ ਨੰਬਰ ਤੇ ਚੜਨ ਵਾਸਤੇ ਇਹਨਾਂ ਨੂੰ ਕੜਿਆਲਾ ਚਾਹੀਦਾ ਹੁੰਦਾ, ਲਗਾਮ ਨਾਰੀ, ਉਹ ਜਿਸ ਹਿਸਾਬ ਦਾ ਜਾਨਵਰ ਹੋਵੇ ਉਸ ਹਿਸਾਬ ਦਾ ਉਹਨੂੰ ਚਾਹੀਦਾ ਹੁੰਦਾ। ਸਹੀ। ਇਹ ਹੁਣ ਵੇਖੋ ਅਸੀਂ ਜੇ ਚੜਨੇ ਆ ਤੇ ਉਹ 2 ਕੜਿਆਲੇ ਪਏ ਨੇ, 2 ਲਗਾਮਾਂ ਪਈਆਂ। ਅੱਛਾ, ਇਹ ਲਗਾਮਾਂ ਪਈਆਂ ਨੇ। ਹਾਂ, ਠੀਕ। ਜੇ ਉਂਝੇ ਉਹਨੂੰ ਫੜਨਾ ਤੇ ਉਹ ਛੋਟੀ ਪਾ ਲੈਣੀ ਹੈ ਜਿਹੜੀ ਥੱਲੇ ਪਈ ਹੈ। ਸਹੀ। ਤੇ ਜੇ ਚੜਨਾ ਉੱਤੇ ਤੇ ਭਜਾਣੀ ਹੈ ਤੇ ਫਿਰ ਉਹ ਜਿਹੜੀ ਵੱਡੀ ਲਗਾਮ ਹੈ ਉਹ ਪਾਣੀ ਪੈਂਦੀ, ਕਿਉਂ ਜੋ ਜਾਨਵਰ ਨੂੰ ਕੰਟਰੋਲ ਵੀ ਕਰਨਾ ਹੁੰਦਾ। ਠੀਕ ਹੋ ਗਿਆ। ਹਾਂਜੀ। ਤੇ ਬਾਕੀ ਹੋ ਗਈ ਸਪਾਟ ਰੱਖੀ, ਤਰ ਰੱਖਿਆ। ਅੱਛਾ, ਇਹ ਸਪਾਟ ਕੀ ਹੈ ਤੇ ਤੜ ਕੀ ਹੈ, ਇਹ ਜ਼ਰਾ ਥੋੜਾ ਜਿਹਾ ਦੱਸਿਓ, ਜੇ ਅਸੀਂ ਪੰਜਾਬੀ ਲੋਕ ਹਾਂ ਸਾਨੂੰ ਸਮਝ ਨਹੀਂ ਆਉਂਦੀ। ਤਾਲ ਉਹ ਜਿਹੜਾ ਕਪੜਾ ਉੱਤੇ ਪਾ ਕੇ ਤੇ ਉੱਤੇ ਉਹਦੇ ਕਾਠੀ ਰੱਖੀ ਜੀ। ਅੱਛਾ ਅੱਛਾ, ਠੀਕ ਹੋ ਗਿਆ। ਕਾਠੀ ਰੱਖੀ ਤੇ ਉਹਨੂੰ ਟਾਈਟ ਕਰਕੇ ਬੰਨਿਆ। ਠੀਕ ਹੈ। ਤੇ ਰਕਾਬ ਹੀ ਪੈਰ ਰੱਖਿਆ ਤੇ ਘੋੜੀ ਤੇ ਚੜ ਗਿਆ। ਅੱਛਾ ਅੱਛਾ, ਇਹ ਹਰ ਬੰਦਾ ਚੜ ਸਕਦਾ ਜਾਂ ਇਹਦੀ ਕੋਈ ਟ੍ਰੇਨਿੰਗ ਹੁੰਦੀ ਹੈ? ਇਹਦੀ ਕੁਝ ਟ੍ਰੇਨਿੰਗ ਲੈਣੀ ਪੈਂਦੀ, ਹਰ ਬੰਦੇ ਦਾ ਵਾਸ ਦਾ ਰੋਗ ਨਹੀਂ। ਹਾਂ, ਤੇ ਬਾਕੀ ਜਿਹੜੀ ਕੋਈ ਗਿੱਟਿਆਂ 'ਚ ਜਾਨ ਹੋਣੀ ਚਾਹੀਦੀ। ਹਾਂਜੀ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ। ਅੱਛਾ, ਇਹ ਕਿੰਨਾ ਅਰਸਾ ਹੋ ਗਿਆ ਤੁਹਾਡੇ ਕੋਲ ਘੋੜੀ ਨੂੰ? ਸਾਡੇ ਕੋਲ ਘੋੜੀ ਨੂੰ ਹੋ ਗਏ ਨੇ ਤਕਰੀਬਨ, ਇਸ ਘੋੜੀ ਨੂੰ 2 ਸਾਲ ਹੋ ਗਏ ਨੇ। ਇਸ ਤੋਂ ਪਹਿਲਾਂ ਸੀ ਇੱਕ ਉਹ ਕੋਈ 2-3 ਸਾਲ ਉਹ ਲੱਗੀ ਫਿਰੀ ਹੈ। ਅੱਛਾ। ਹਾਂਜੀ। ਅੱਛਾ, ਜਦੋਂ ਤੁਸੀਂ ਲਿਆਂਦੀ ਸੀ ਸੂਣ ਵਾਲੀ ਸੀ? ਨਹੀਂ, ਇਹ ਵਿਛੇਰੀ ਸੀ। ਅੱਛਾ, ਉਦੋਂ ਇਹ ਵਿਛੇਰੀ ਸੀ। ਆਹ ਸਰਲ ਵਿਛੇਰੀ ਸੀ ਉਦੋਂ ਜਦੋਂ ਲਿਆਂਦੀ ਹੈ। ਅੱਛਾ। ਇਹ ਸਾਡੇ ਕੋਲ ਆ ਕੇ ਬਣੀ ਹੈ ਤੇ ਸੂਈ ਹੈ। ਇਹ ਉਹਨਾਂ ਦੀ ਵਿਛੇਰੀ ਜੇ ਤੁਹਾਡੇ ਅੱਖਾਂ ਦੀ। ਅੱਛਾ, ਹੁਣ ਕਿੰਨੇ ਦਿਨ ਹੋਏ ਨੇ ਇਹਨੇ ਇਹ 5ਵਾਂ ਦਿਨ ਇਹਨੂੰ ਸੂਈ ਹੈ। ਅੱਛਾ, ਇਹ ਜਿਹੜੀ ਵਿਛੇਰੀ ਇਹ ਕਿਹੜਾ ਰੰਗ ਹੈ ਇਹਦਾ? ਇਹ ਮੁਸ਼ਕੀ 5। ਅੱਛਾ, ਇਹ ਮੁਸ਼ਕੀ 5 ਕਲਿਆਰ ਹੈ ਤੇ ਇਹ ਸਵਾ 5 ਕਲਿਆਰ। ਅੱਛਾ, ਇਹ ਦੇਸੀ ਨੇ। ਹਾਂਜੀ। ਠੀਕ ਹੋ ਗਿਆ। ਅੱਛਾ, ਇਹ ਮੇਲਿਆਂ ਦੇ ਉੱਤੇ ਜਿਹੜੇ ਘੋੜੇ ਭਜਾਏ ਜਾਂਦੇ ਨੇ ਜਿਨ੍ਹਾਂ ਨਾਲ ਨੇਜ਼ੇ ਪੁੱਟਦੇ ਨੇ, ਤੇ ਉਹ ਇਹ ਨਸਲ ਹੀ ਹੁੰਦੀ ਹੈ ਜਾਂ ਕੋਈ ਹੋਰ ਹੁੰਦੀ? ਨਸਲ ਹੀ ਹੁੰਦੀ ਹੈ। ਅੱਛਾ ਜੀ। ਹਾਂਜੀ। ਅੱਛਾ, ਉਸ ਤੋਂ ਬਾਅਦ ਇਹ ਦੱਸੋ ਵੀ ਘੋੜੇ ਦੀ ਜਾਂਦੇ ਨੇ ਬੜੀ ਟ੍ਰੇਨਿੰਗ ਹੁੰਦੀ ਹੈ, ਤੇ ਬਾਕੀ ਇਹਨਾਂ ਦੀ ਕੋਈ ਟ੍ਰੇਨਿੰਗ ਕਲਾਸਾਂ ਹੁੰਦੀਆਂ ਨੇ ਜਾ ਕੇ ਉਹਨੂੰ ਸਮਝ ਲੱਗਦੀ ਹੈ? ਹਾਂਜੀ ਹਾਂਜੀ, ਉਹ ਇਹਨਾਂ ਨੂੰ ਕਰਨਾ ਪੈਂਦਾ ਹੈ, ਤਿਆਰ ਪਹਿਲਾਂ। ਠੀਕ ਹੈ। ਹਾਂ, ਟ੍ਰੇਨਿੰਗ ਤੋਂ ਬਗੈਰ ਘੋੜਾ ਕੁਝ ਵੀ ਨਹੀਂ ਹੈ, ਇਹਨੂੰ ਸਮਝਾਉਣਾ ਪੈਂਦਾ। ਅੱਛਾ। ਹਾਂਜੀ। ਅੱਛਾ, ਇਹਨੂੰ ਇਹ ਜਿਹੜਾ ਤੁਸੀਂ ਘਾਹ ਪਾਇਆ, ਇਹ ਘਾਹ ਹੀ ਖਵਾਉਂਦੇ ਹੋ ਜਾਂ ਇਹ ਤੋਂ ਇਲਾਵਾ ਕੋਈ ਦਾਣਾ ਛਾਣਾ ਵੀ ਪਾਉਂਦੇ ਹੋ? ਇਹਨੂੰ ਦਾਣਾ ਵੀ ਪਾਈਦਾ ਹੈ ਤੇ ਘਾਹ ਜਿਹੜਾ ਹੈ ਉਹ ਦਿਨੇ ਘਾਹ ਤੇ ਰਾਤ ਨੂੰ ਪੱਠੇ। ਅੱਛਾ, ਦਾਣੇ 'ਚ ਕੀ ਪਾਉਂਦੇ ਹੋ ਇਹਨੂੰ? ਦਾਣੇ 'ਚ ਇਹਨੂੰ ਦੂਸਰਾ ਜੌਂ ਤੇ ਚਨੇ। ਅੱਛਾ, ਉਹ ਰੋਜ਼ਾਨਾ ਉਹਦੀ ਕੀ ਮਿਕਦਾਰ ਹੁੰਦੀ ਹੈ ਤੋਲ ਕੇ ਜਾਂ ਕੋਈ ਤੋਲ ਕੇ ਕਮੈਸ਼ ਭਾਈ ਕਰਕੇ? ਸਾਨ ਅਸਾਂ ਕਦੀ ਨਹੀਂ ਜੇ ਪਾਏ, ਕੋਈ ਕਿਲੋ ਡੇਢ ਤਕਰੀਬਨ ਹੁੰਦੇ ਨੇ, 2 ਕਿਲੋ ਦੇ ਅੱਗੇ ਪਿੱਛੇ ਹੁੰਦੇ। ਅੱਛਾ, 2 ਕਿਲੋ ਰੋਜ਼ ਦਿਨ ਪਾ ਛੱਡਦੇ ਹੋ? ਹਾਂਜੀ, ਸ਼ਾਮ ਕਦੀ ਕਦੀ ਪਾਉਂਦੇ ਹੋ ਜਾਂ ਰੋਜ਼ ਹੀ ਪਾਉਂਦੇ ਹੋ? ਤਕਰੀਬਨ ਰੋਜ਼ ਹੀ ਪਾਈਦੇ ਨੇ। ਅੱਛਾ, ਠੀਕ ਹੋ ਗਿਆ। ਅੱਛਾ, ਉਸ ਤੋਂ ਬਾਅਦ ਮੈਂ ਇਹਨੂੰ ਨਜ਼ਰ ਆ ਰਿਹਾ ਇਹਦੇ ਪਿਛਲੇ ਪੈਰਾਂ ਨੂੰ ਬੜੀ ਲੰਮੀ ਇੱਕ ਰੱਸੀ ਪਾ ਕੇ ਤੇ ਉਹ ਪਿਛਾਂ ਬੰਨੀ ਹੈ। ਹਾਂਜੀ। ਇਹਦਾ ਕੀ ਫਾਇਦਾ ਹੈ ਜੀ? ਇਹਦਾ ਫਾਇਦਾ ਇਹ ਵੀ ਘੋੜੀ ਜੇ ਕਿਧਰੇ ਵਿਛੇਰੀ ਬਾਹਰ ਨਿਕਲ ਜਾਏ ਤੇ ਘੋੜੀ ਰੱਸਾ ਰੁੱਸਾ ਨਹੀਂ ਤਰੋੜਦੀ, ਬਖੀਲਤ ਨਹੀਂ ਕਰਦੀ। ਅੱਛਾ। ਹਾਂਜੀ। ਤੇ ਇਹਨੂੰ ਇਹ ਦੋਹਾਂ ਪਾਸਿਓਂ ਵਾਗਾਂ ਪਾਈਆਂ ਨੇ, ਕੰਜ ਨੂੰ ਖਿੱਚੀ ਹੈ, ਕੰਜ ਨੂੰ ਮਗਰ ਪੈਰਾਂ ਤੋਂ ਵੀ, ਇਹਦਾ ਕੋਈ ਬਹਿਣ ਛੈਣ ਵਾਲਾ ਕੋਈ ਸੀਨ ਨਹੀਂ? ਇਹ ਬਹਿੰਦੀਆਂ ਬਹਿ ਨੇ? ਵੀ ਜਾਂਦੀ ਹੈ, ਖਲੋ ਵੀ ਜਾਂਦੀ ਹੈ। ਇਹਨਾਂ ਦੇ ਨਾਲ ਹੀ ਰੱਸੀਆਂ ਦੇ ਨਾਲ ਹੀ ਬਹਿ ਜਾਂਦੀ? ਇਹਨਾਂ ਦੇ ਨਾਲ ਹੀ ਬਹਿੰਦੀ ਵੀ ਹੈ ਤੇ ਖਲੋਂਦੀ ਵੀ ਹੈ। ਅੱਛਾ, ਲਓ ਜੀ ਵੀਰੋ, ਇਹ ਘੋੜੀ ਦੇ ਬਾਰੇ ਅਗਰ ਅਸੀਂ ਜ਼ਿਆਦਾ ਤਫਸੀਲ ਵਿੱਚ ਜਾਂਦੇ ਵੀਡੀਓ ਬੜੀ ਲੰਬੀ ਹੋ ਜਾਏਗੀ, ਤੁਹਾਨੂੰ ਵੇਖਣਾ ਮੁਸ਼ਕਲ ਹੋ ਜਾਏਗਾ। ਤੇ ਬੜੀ ਪਿਆਰੀ ਜੀ ਮੈਨੂੰ ਜ਼ਾਤੀ ਤੌਰ ਤੇ ਇਹ ਵਿਛੇਰੀ ਬੜੀ ਖੂਬਸੂਰਤ ਲੱਗੀ ਹੈ ਮਾਸ਼ਾਅੱਲਾ। ਤੁਸੀਂ ਵੀ ਕਮੈਂਟ ਦੇ ਅੰਦਰ ਮਾਸ਼ਾਅੱਲਾ ਲਿਖਣਾ। ਅੱਲਾ ਸਾਈਆਂ ਦੇ ਨਸੀਬ ਕਰੇ, ਕੈਸਰ ਭਾਈ ਦੇ ਨਸੀਬ ਕਰੇ ਤੇ ਇਹਦੇ ਮੁਕੱਦਰ ਤੇ ਨਸੀਬ ਵਿਛੇਰੀ ਦੇ ਵੀ ਚੰਗੇ ਹੋਣ। ਤੇ ਤੁਸੀਂ ਵੇਖ ਸਕਦੇ ਹੋ ਉਹ ਜੀ ਦੁੱਧ ਪੀ ਪੀਂਦੀ ਹੈ। ਇੱਕ ਮਿੰਟ ਮੈਂ ਤੁਹਾਨੂੰ ਕਰੀਬ ਤੋਂ ਉਹ ਟੁਰ ਗਈ, ਉਹਦੀ ਮਾਂ ਨੇ ਉਹਨੂੰ ਤਰਾ ਹੜਿਆ ਬਈ ਇਹ ਕੀ ਕਰਨੀ ਹੈ, ਉਧਰ ਮੇਰੀ ਵੀਡੀਓ ਬਣਦੀ ਤੂੰ ਤਰਾ ਨਹੀਂ। ਅੱਛਾ ਜੀ, ਹੁਣ ਆਉਂਦੇ ਆ ਜੀ ਥੋੜਾ ਜਿਹਾ ਮੱਝ ਦੀ ਤਰਫ, ਤੇ ਮੱਝ ਦੀਆਂ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਵੀ ਸੁਣਨੇ ਆ, ਫਿਰ ਵੀਡੀਓ ਦਾ ਐਂਡ ਕਰਨੇ ਆ। ਲਓ ਜੀ ਵੀਰੋ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੈਸਰ ਚੱਠਾ ਸਾਹਿਬ ਦੇ ਡੇਰੇ ਤੇ ਆਏ ਆ ਤੇ ਉਹਨਾਂ ਦੇ ਸਾਰੇ ਜਾਨਵਰ, ਜਿਵੇਂ ਤੁਹਾਨੂੰ ਉਹਨਾਂ ਦੀ ਬੱਕਰੀਆਂ ਵਿਖਾਈਆਂ ਨੇ, ਉਹਨਾਂ ਦੀ ਘੋੜੀ ਵਿਖਾਈ ਹੈ, ਤੇ ਹੁਣ ਥੋੜਾ ਜਿਹਾ ਮੁਖਤਸਰ ਜਿਹਾ ਤਾਰਫ ਮੱਝਾਂ ਦੇ ਬਾਰੇ ਵੀ ਹੋ ਜੇ। ਆ ਇੱਕ ਉਹਨਾਂ ਦੀ ਝੋਟੀ ਖਲੋਤੀ ਹੈ ਜੀ, ਥੋੜਾ ਜਿਹਾ ਕੈਸਰ ਭਾਈ ਕੋਲ ਝੋਟੀ ਦੇ ਬਾਰੇ ਪੁੱਛਨੇ ਆ। ਅੱਛਾ ਕੈਸਰ ਭਾਈ, ਇਹ ਦੱਸਿਓ ਤੁਹਾਡੇ ਕੋਲ ਝੋਟੀ ਕਿਦੋਂ ਦੀ ਹੈ, ਤੁਹਾਡੇ ਘਰ ਦੀ ਹੈ ਜਾਂ ਮੁੱਲ ਲਈ ਸੀ, ਔਰ ਕਿੰਨਵੇਂ ਸੂਏ ਵੇ, ਤੇ ਉਸ ਤੋਂ ਬਾਅਦ ਇਹ ਤੁਹਾਡੇ ਕੋਲ ਕਿਦੋਂ ਦੀ ਨਸਲ ਚੱਲਦੀ ਆ ਰਹੀ ਹੈ, ਤੇ ਅੱਜ ਕੱਲ ਇਹਨਾਂ ਮੱਝਾਂ ਦੀਆਂ ਕੀ ਕੋਈ ਕੀਮਤਾਂ ਨੇ? ਇਹ ਭਾਜੀ ਨਸਲ ਸਾਡੇ ਕੋਲ ਪਿਓ ਦਾਦੇ ਤੋਂ ਚੱਲਦੀ ਆ ਰਹੀ ਹੈ, ਸਾਡੇ ਆਪਣੇ ਘਰ ਦੀ ਝੋਟੀ ਹੈ। ਅੱਛਾ। ਤੇ ਇਹ ਹੁਣ ਤੀਸਰੇ ਸੂਏ ਗੱਭਣ ਹੈ, 2 ਸੂਏ ਦੀਆਂ ਉਹ ਕੱਟੀਆਂ ਇਹਦੀਆਂ ਬੱਧੀਆਂ। ਠੀਕ ਹੋ ਗਿਆ। ਹਾਂਜੀ। ਅੱਛਾ, ਇਹ ਹੁਣ ਅੱਗੋਂ ਸੂਣ ਵਾਲੀ ਹੈ? ਇਹ ਅੱਗੋਂ ਸੂਣ ਵਾਲੀ ਹੈ, ਤਕਰੀਬਨ 20 ਦਿਨਾਂ ਤੱਕ ਸੂਏ ਦੀ। ਅੱਛਾ, ਪਿਛਲੇ ਸੂਏ ਤੇ ਇਹ ਤੁਹਾਡੀ ਜਿਹੜੀ ਝੋਟੀ ਹੈ ਇਹਨੇ ਕਿੰਨਾ ਕੁ ਦੁੱਧ ਸੀ ਇਹ ਥੱਲੇ ਜੀ?
ਤਕਰੀਬਨ ਜੇ ਇਹਨੂੰ ਸਾਂਭ ਸੰਭਾਲ ਲਿਆਈਏ ਤੇ 13 ਤੋਂ 14 ਕਿਲੋ ਦੁੱਧ ਇੱਕ ਟਾਈਮ ਵਿੱਚ ਕਰਦੀ ਹੈ ਆਪਣੇ ਬੱਚੇ ਨੂੰ ਪਿਆ ਕੇ। ਮਾਸ਼ਾਅੱਲਾ ਜੀ ਮਾਸ਼ਾਅੱਲਾ 13 ਤੋਂ 14 ਲੀਟਰ ਜੀ ਮੱਝ ਦੇ ਥੱਲੇ ਝੋਟੀ ਥੱਲੇ ਉਹਨਾਂ ਦੁੱਧ ਦੱਸਿਆ ਪਿਛਲੇ ਸੂਏ ਦਾ। ਤੇ ਹੁਣ ਦੁਬਾਰਾ ਮਾਸ਼ਾਅੱਲਾ ਝੋਟੀ ਸੂਣ ਵਾਲੀ ਹੈ। ਤੁਸੀਂ ਵੇਖੋ ਸਿੰਘ ਕਿੱਡੇ ਸੋਹਣੇ ਨੇ, ਕਾਲੀਆਂ ਅੱਖਾਂ ਤੇ ਕਾਲੀਆਂ ਅੱਖਾਂ ਵਾਲੀ ਜਿਹੜੀ ਮੱਝ ਹੈ ਨਾ, ਜਿਹੜੇ ਮੱਝਾਂ ਰੱਖਦੇ ਨੇ ਉਹਨਾਂ ਨੂੰ ਬੜਾ ਪਤਾ ਹੈ, ਉਹ ਬੜਾ ਸੀਲਸਾਊ ਜਾਨਵਰ ਹੁੰਦਾ ਤੇ ਦੁੱਧ ਦੇਣ ਵਾਲਾ ਤੇ ਬੜਾ ਉਹਨੂੰ ਆਉਂਦੇ ਨੇ ਮੱਖਣ ਵਾਲਾ ਦੁੱਧ। ਤੇ ਇਹ ਜੀ ਹੋ ਗਈ ਮੱਝ ਝੋਟੀ। ਤੇ ਬਾਕੀ ਵੀ ਤੁਸੀਂ ਆ ਡੰਗਰ ਇਹ ਜਿੰਨੇ ਤੁਸੀਂ ਤੁਹਾਨੂੰ ਡੰਗਰ ਵਿਖਾਏ ਨਾ, ਬੱਕਰੀਆਂ ਵਿਖਾਈਆਂ ਨੇ, ਘੋੜੀ ਵਿਖਾਈ ਹੈ, ਉਸ ਤੋਂ ਬਾਅਦ ਇਹ ਗਾਈਆਂ ਵਿਖਾਈਆਂ ਨੇ, ਸਾਰੀਆਂ ਹਰੇ ਪੱਠੇ ਨਾ ਖਾਦੇ ਜੇ। ਇਹ ਹਰੇ ਪੱਠੇ ਵੱਢ ਕੇ ਟੋਕੇ ਦੇ ਮਗਰ ਤੁਹਾਨੂੰ ਵਿਖਾਣੇ ਆ, ਸਿਰਫ ਤੂੜੀ ਤੇ ਹਰਾ ਪੱਠਾ, ਕੋਈ ਜਿਹੜਾ ਹੁੰਦਾ ਨਾ TMA ਤੇ ਵੰਡੇ, ਇਹ ਕੋਈ ਇਹਨਾਂ ਨੂੰ ਨਹੀਂ ਦਿੱਤੇ ਜਾਂਦੇ। ਸਹਿਰਾ ਦੇ ਵਿੱਚ ਰਹਿਣ ਵਾਲੇ ਤੇ ਅਕਸਰ ਤੁਹਾਨੂੰ ਇਹ ਗੱਲ ਅਸੀਂ ਦੱਸਦੇ ਹਾਂ, ਖਾਸ ਕਰਕੇ ਜਿਹੜੇ ਇਸ ਵਕਤ ਮਿਹਨਤ ਕਰ ਰਹੇ ਨੇ ਜੀ, ਫੈਸਲ ਕੰਬੋ, ਚਿਸ਼ਤੀਆਂ ਗੋਟ ਫਾਰਮ ਵਾਲੇ, ਔਰ ਉਸ ਤੋਂ ਬਾਅਦ ਜੀ ਪੇਸਟ ਲਵਰ ਦੇ ਨੇ ਅਦਨਾਨ ਭਾਈ। ਤੇ ਅਸੀਂ ਦਿਨ ਰਾਤ ਤੁਹਾਨੂੰ ਇੱਕ ਹੀ ਗੱਲ ਬਾਰ-ਬਾਰ ਆਨੇ ਆ ਕਿ ਯਾਰ ਮਹਿੰਗੇ ਵੰਡਿਆਂ ਤੋਂ ਬਚ ਜਾਓ, ਤੇ ਜਿਹੜੇ ਦੂਜੇ ਤੀਜੇ ਤੁਹਾਨੂੰ ਲੋਕ ਮਸ਼ਵਰੇ ਦਿੰਦੇ ਨੇ ਉਹਨਾਂ ਮਸ਼ਵਰਿਆਂ ਤੋਂ ਤੁਸੀਂ ਬਚ ਜਾਓ। ਜੇ ਕੋਈ ਪਾਣਾ ਚਾਹੁੰਦੇ ਹੋ, ਜੇ ਕੋਈ ਕਰਨਾ ਚਾਹੁੰਦੇ ਹੋ, ਕੋਈ ਮੁਨਾਫਾ ਲੈਣਾ ਚਾਹੁੰਦੇ ਹੋ ਮਾਲ ਜਾਨਵਰ ਚੋਂ, ਤੇ ਮਾਲ ਡੰਗਰ ਜਿਹੜਾ ਇਹ ਬੜਾ ਬਰਕਤ ਵਾਲਾ ਹੈ। ਆਪਣੇ ਘਰ ਦਾ ਦੁੱਧ, ਆਪਣੇ ਘਰ ਦਾ ਪੈਸਾ, ਆਪਣੇ ਘਰ ਦੀ ਆਪਣੀ ਮਿਹਨਤ, ਤੁਹਾਨੂੰ ਕਿਤੇ ਜਾਣਾ ਨਹੀਂ ਪੈਂਦਾ। ਇਹ ਵੇਖੋ ਤੁਸੀਂ ਇਹਨਾਂ ਦਾ ਸ਼ੌਕ ਕਿ ਇੱਕ ਹੀ ਜਗ੍ਹਾ ਦੇ ਉੱਤੇ ਸਾਰਾ ਕੁਝ ਹੈ, ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚ ਉੱਥੇ ਹੀ ਉਹਨਾਂ ਦਾ ਘਰ, ਉੱਥੇ ਹੀ ਡੇਰਾ, ਉੱਥੇ ਹੀ ਗਾਈਆਂ, ਉੱਥੇ ਹੀ ਮੱਝਾਂ, ਤੇ ਨਾਲ ਬੱਕਰੀਆਂ, ਨਾਲ ਘੋੜੇ, ਕੁੱਤੇ, ਕੁੱਕੜ, ਬਤਕਾਂ, ਕਿਹੜੀ ਕਿਹੜੀ ਸ਼ੈ ਤੁਹਾਨੂੰ ਮੈਂ ਗਿਣ ਕੇ ਸੁਣਾਵਾਂ। ਤੇ ਜਾਨਵਰ ਨੇ ਤਾਂ ਮਾਸ਼ਾਅੱਲਾ ਡੰਗਰ ਸੋਹਣੇ ਨੇ। ਤੇ ਬਾਕੀ ਝੋਟੀ ਉਹ ਕਹਿ ਰਹੇ ਨੇ ਜੀ ਅਸਾਂ ਵੇਚਣੀ ਵੀ ਹੈ। ਤੇ ਅੱਛਾ ਕੈਸਰ ਭਾਈ, ਇੱਕ ਤੇ ਇਹ ਕਿ ਕੋਈ ਝੋਟੀ ਤੁਹਾਨੂੰ ਕਿਸੇ ਨੂੰ ਪਸੰਦ ਆ ਜਾਂਦੀ, ਕੋਈ ਲੈਣਾ ਚਾਹੁੰਦਾ, ਤੇ ਝੋਟੀ ਦੀ ਕੀ ਕੀਮਤ ਤੁਸੀਂ ਮੰਗਦੇ ਹੋ? ਅਸੀਂ ਕੱਲ ਵਪਾਰੀ ਆਇਆ, ਉਹਦੇ ਕੋਲ 6 ਲੱਖ ਮੰਗਿਆ। ਠੀਕ ਹੋ ਗਿਆ, 3,80,000 ਨੇ ਲਾਇਆ ਤੇ ਸਾਨੂੰ ਨਹੀਂ ਦਿੱਤੀ। ਲਓ ਜੀ 6 ਲੱਖ ਉਹ ਮੰਗਦੇ ਨੇ। ਆ ਗੱਲ ਸੁਣੋ ਮੇਰੀ, ਮੱਝ ਦਾ ਤੇ ਚਲੋ 6 ਲੱਖ ਕਿਸੇ ਮੰਗਿਆ ਤੇ ਮੱਝ ਵਿਕੀ 6 ਲੱਖ ਦੀ ਜਾਂ 5 ਲੱਖ ਦੀ ਗੱਲ ਸਮਝ ਆਉਂਦੀ ਹੈ। ਇਹ ਜਿਹੜੇ ਨਾ ਕੁਝ ਫਸਲੀ ਬਟੇਰੇ ਆ, ਬੱਕਰੀਆਂ ਜੀ ਸਾਡੀ 7 ਲੱਖ ਦੀ ਤੇ 5 ਲੱਖ ਦੀ ਵੀਡੀਓ ਤੁਸੀਂ ਵੇਖਦੇ ਹੋ, ਬੱਕਰੀ ਇਹਨੇ ਦੀ ਵੇਚਣ ਡੇ। ਉਹ ਜਦੋਂ ਤੁਸੀਂ 5 ਲੱਖ ਦੀ ਬੱਕਰੀ ਮੁੱਲ ਲੈਣੀ ਹੈ ਤਾਂ ਤੁਸੀਂ ਉੱਥੋਂ ਕੀ ਉਹਨੂੰ ਆਉਂਦੇ ਨੇ ਵਟਣਾ, ਕੀ ਛਣਕਣਾ, ਤੁਹਾਨੂੰ ਉੱਥੋਂ ਕੀ ਬਚਣਾ। ਤੇ ਇਸ ਵਾਸਤੇ ਮਹਿੰਗੇ ਜਾਨਵਰ ਜਿਹੜੇ ਤੁਸੀਂ ਲੈਂਦੇ ਨਾ, ਬੱਕਰੀਆਂ ਛਕਰੀਆਂ, ਕੀਮਤ ਵੇਖੋ ਜਾਨਵਰ ਦੀ ਹੁੰਦੀ ਹੈ ਉਹਦੇ ਮਾਸ ਦੀ ਤੇ ਉਹਦੇ ਦੁੱਧ ਦੀ। ਬੱਕਰੀ ਦੀ ਕੀਮਤ ਜਿਹੜੀ ਹੈ ਤੁਸੀਂ ਵੇਖੋ, ਜੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਯਾਰ ਪਿੱਟ ਕੇ ਰਹਿ ਗਏ ਆ। ਫੈਸਲ ਭਾਈ ਨੇ ਚਿਸ਼ਤੀਆਂ ਗੋਟ ਫਾਰਮ ਵਾਲੇ, ਉਹ ਵੀ ਇਹ ਗੱਲ ਤੁਹਾਨੂੰ ਆਂਦੇ ਨੇ, ਮੈਂ ਤੁਹਾਨੂੰ ਅਕਸਰ ਗੱਲ ਆਂਦਾ ਰਹਿਣਾ। ਉਸ ਤੋਂ ਬਾਅਦ ਜੀ ਅਦਨਾਨ ਭਾਈ ਨੇ, ਉਹ ਵੀ ਦਿਨ ਰਾਤ ਮਿਹਨਤ ਕਰ ਰਹੇ ਨੇ ਇਹਦੇ ਉੱਤੇ ਤੁਹਾਨੂੰ ਲੋਕਾਂ ਨੂੰ ਬਚਾਉਣ ਵਾਸਤੇ। ਲੇਕਿਨ ਤੁਸੀਂ ਆਪ ਹੀ ਜਾ ਕੇ ਉਹ ਕੀ ਉਹਨੂੰ ਆਂਦੇ ਨੇ, ਆਪ ਬੈਲ ਮੁਝੇ ਮਾਰ ਜਾ ਕੇ ਤੇ ਲੋਕਾਂ ਨੂੰ ਆਖਿਆ ਕਿ ਬੱਕਰੀ ਮਹਿੰਗੀ ਤੋਂ ਮਹਿੰਗੀ ਜਿਹੜੀ ਹੈ ਉਹ ਕਿੰਨੇ ਦੀ ਲੱਭਦੀ ਹੈ, ਉਹ ਮੈਨੂੰ ਦਿਓ। ਜਦੋਂ ਜਾਨਵਰ ਤੁਸੀਂ ਆਪ ਹੀ ਮਹਿੰਗੇ ਲੈਣੇ ਨੇ ਤੇ ਉਹ ਤੁਹਾਨੂੰ ਇੰਨੇ ਹੀ ਲੱਭਣੇ ਨੇ। ਹੁਣ ਤੁਸੀਂ ਟੁਰ ਜਾਓ ਮੰਡੀ ਦੇ ਵਿੱਚ, ਜਿਹੜਾ ਵੀ ਜਾਨਵਰ ਤੁਸੀਂ ਲੈਣਾ ਹੁੰਦਾ, ਬੱਕਰੀ ਲੈਣੀ ਹੈ, ਗਾਂ ਲੈਣੀ ਹੈ, ਮੱਝ ਲੈਣੀ ਹੈ, ਤੇ ਮੰਡੀਆਂ ਦਾ ਰੁਖ ਕਰਿਆ ਕਰੋ। ਜਾਨਵਰ ਨੂੰ ਆਪ ਹੀ, ਚਲੋ ਨਹੀਂ ਤੁਹਾਨੂੰ ਮੰਡੀ ਦੀ ਸਮਝ ਆਉਂਦੀ, ਕੋਈ ਸਿਆਣਾ ਬੰਦਾ ਇੱਕ ਨਾਲ ਲੈ ਲਓ। ਹਰ ਪਿੰਡ 'ਚ, ਹਰ ਇਲਾਕੇ ਦੇ ਵਿੱਚ ਇੱਕ ਸਿਆਣਾ ਬੰਦਾ ਨਾਲ ਹੁੰਦਾ, ਉਹਨੂੰ ਤੁਸੀਂ ਨਾਲ ਲਵੋ। ਲਾ ਕੇ ਜਾਨਵਰ ਵੇਖੋ, ਤੁਹਾਨੂੰ ਮੰਡੀ ਦੇ ਵਿੱਚੋਂ ਹਰ ਕਿਸਮ ਦਾ ਜਾਨਵਰ ਮਿਲੇਗਾ। ਤੁਸੀਂ ਸਸਤਾ ਲੈਣਾ, ਮਹਿੰਗਾ ਲੈਣਾ, ਜਿਵੇਂ ਦਾ ਵੀ ਤੁਸੀਂ ਲੈਣਾ, ਤੁਹਾਨੂੰ ਉਹ ਜਾਨਵਰ ਮਿਲੇਗਾ। ਤੇ ਤੁਸੀਂ ਮੰਡੀਆਂ ਦਾ ਰੁਖ ਕਰਿਆ ਕਰੋ, ਉੱਥੇ ਜਾ ਕੇ ਚੈੱਕ ਕਰਿਆ ਕਰੋ। ਗੱਲ ਬਾਰ-ਬਾਰ ਦੁਹਰਾਉਣ ਦਾ ਫਾਇਦਾ ਕੋਈ ਨਹੀਂ। ਤੇ ਅੱਜ ਅਸੀਂ ਇਜਾਜ਼ਤ ਚਾਹਾਂਗੇ ਇਹਨਾਂ ਲਫ਼ਜ਼ਾਂ ਦੇ ਉੱਤੇ। ਅੱਜ ਵਾਸਤੇ ਇੰਨਾ ਹੀ, ਮਿਲਦੇ ਹਾਂ ਇਨਸ਼ਾਅੱਲਾ ਅਗਲੀ ਇੱਕ ਨਵੀਂ ਵੀਡੀਓ ਦੇ ਨਾਲ। ਉਹ ਉਨੀ ਦੇਰ ਵਾਸਤੇ ਸਾਨੂੰ ਦਿਓ ਜੀ ਇਜਾਜ਼ਤ। ਅੱਲਾ ਹਾਫਿਜ਼।